336 है। सर दूसरी बात है 163583 163583 कौन है? You can start, ma'am. सर आ रही है जी गायब हो गई। कितने चली गई? पहले चंगी भली वैसी थी मैडम। चंगी भली सी जिन्हें जिद्दां शुरू करना अच्छा कितने होगा वो क्या फायदा नहीं जून ते सर वो है नहीं है तो डिलीट हो गई पता नहीं की ਹੁੰਦਾ नहीं 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 डिलीट वो मैडम डिलीट हो गई किया है एक मिनट हाँ इसमें डिलीट ਹੁਣ ਮੁੜ ਕੇ ਕਰੋ ਜੀ ਉੱਥੇ ਜਾ ਕੇ ਹੁਣ ਫਿਰ ਨਾ हेलो all participant and my officers मैं निशा रानी from गवर्नमेंट ITI तलवाड़ा जी ਤੇ ਸਾਡੇ ਅੱਜ ਦੇ ਲੈਕਚਰ ਦਾ ਜਿਹੜਾ ਟੌਪਿਕ ਹੈ ਉਹ ਹੈਗਾ ਟੀਚਿੰਗ ਸਟੈਪਸ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਟੀਚਿੰਗ ਕੀ ਹੈ, ਸਿਖਾਉਣਾ ਤੇ ਜ਼ਿੰਦਗੀ 'ਚ ਅਸੀਂ ਕੁਝ ਵੀ ਸਿੱਖਣਾ ਹੋਵੇ, ਸਿੱਖਣ ਦੇ ਆ ਜਿਹੜੇ ਉਹ ਵੱਖਰੇ ਵੱਖਰੇ ਸਟੈਪ ਹੁੰਦੇ ਆ। ਹਰ ਚੀਜ਼ ਜਿਹੜੀ ਆ ਜਦੋਂ ਆਪਾਂ ਉਹਨੂੰ ਸਟੈਪ ਵਾਈਜ਼ ਸਿੱਖਾਂਗੇ ਤਾਂ ਹੀ ਅਸੀਂ ਉਹਨੂੰ ਵਧੀਆ ਢੰਗ ਨਾਲ ਸਿੱਖ ਸਕਦੇ ਹਾਂ। ਤੇ ਜੇ ਆਪਾਂ ਸਟੈਪ ਵਾਈਜ਼ ਨਹੀਂ ਸਿੱਖਦੇ ਤਾਂ ਉਹਦੇ ਵਿੱਚ ਅਸੀਂ ਓਨਾ ਪਰਫੈਕਟ ਨਹੀਂ ਹੋ ਸਕਦੇ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਸਾਡੀ ਟੈਕਨੀਕਲ ਐਜੂਕੇਸ਼ਨ ਵਿੱਚ ਆਪਾਂ ਇਕੱਲਾ ਸਿੱਖਣਾ ਹੀ ਨਹੀਂ ਹੁੰਦਾ, ਸਗੋਂ ਸਿੱਖਣ ਦੇ ਨਾਲ ਨਾਲ ਆਪਾਂ ਕੁਝ ਕਰਨਾ ਵੀ ਹੁੰਦਾ ਹੈ। ਤੇ ਸਾਰਾ ਕੁਝ ਕਰਨ ਲਈ ਸਾਨੂੰ ਸਟੈਪ ਵਾਈਜ਼ ਸਿੱਖਣ ਦੀ ਲੋੜ ਪੈਂਦੀ ਹੈ। ਤੇ ਕਦੋਂ ਆਪਾਂ ਸਿੱਖਦੇ ਹਾਂ? ਜਦੋਂ ਆਪਾਂ ਸਟੈਪ ਵਾਈਜ਼ ਜਿਵੇਂ ਜਿਵੇਂ ਸਾਨੂੰ ਸਿਖਾਇਆ ਜਾਂਦਾ ਹੈ ਉਸ ਹਿਸਾਬ ਨਾਲ ਆਪਾਂ ਗੇਨ ਕਰਦੇ ਜਾਂਦੇ ਹਾਂ। ਤੇ ਸਿੱਖਣ ਦਾ ਪਤਾ ਕਿੱਥੋਂ ਲੱਗਦਾ ਹੈ ਕਿ ਆਪਾਂ ਸਿੱਖੇ ਹਾਂ? ਜਿਵੇਂ ਜਿਵੇਂ ਆਪਾਂ ਸਿੱਖਦੇ ਜਾਂਦੇ ਹਾਂ ਉਹਦੇ ਨਾਲ ਨਾਲ ਸਾਡੇ ਵਿੱਚ ਇੱਕ ਚੇਂਜ ਆਉਂਦੀ ਜਾਂਦੀ ਹੈ। ਜਿਵੇਂ ਕਿ ਅਸੀਂ ਜਦੋਂ ਕਲਾਸ 'ਚ ਆਉਂਦੇ ਹਾਂ ਤਾਂ ਪਹਿਲਾਂ ਸਾਨੂੰ ਨਹੀਂ ਪਤਾ ਹੁੰਦਾ ਡਰਾਫਟਿੰਗ ਕੀ ਹੈ, ਪੈਟਰਨ ਕੀ ਹੈ, ਸਾਰੇ ਸ਼ਬਦ ਸਾਡੇ ਲਈ ਨਵੇਂ ਹੁੰਦੇ ਨੇ। ਜਦੋਂ ਆਪਾਂ ਹੌਲੀ ਹੌਲੀ ਸਿੱਖਦੇ ਹਾਂ ਤਾਂ ਸਾਡਾ ਉਹਦੇ ਵਿੱਚ ਸਾਡੀ ਨੌਲੇਜ ਵੱਧਦੀ ਹੈ, ਸਾਨੂੰ ਹਰ ਚੀਜ਼ ਦਾ ਪਤਾ ਲੱਗਦਾ ਹੈ। ਤੇ ਸਿੱਖਿਆ ਦੇ ਖੇਤਰ ਵਿੱਚ ਆਪਾਂ ਜਾਣਦੇ ਹਾਂ ਹਮੇਸ਼ਾ ਦੋ ਪਹਿਲੂ ਹੁੰਦੇ ਨੇ, ਇੱਕ ਸਿਖਾਉਣਾ ਹੁੰਦਾ ਹੈ, ਇੱਕ ਸਿੱਖਣਾ ਹੁੰਦਾ ਹੈ। ਸਿਖਾਉਣ ਲਈ ਟੀਚਰ ਹੈ ਤੇ ਸਿੱਖਣ ਲਈ ਬੱਚੇ ਹੁੰਦੇ ਨੇ। ਟੀਚਰ ਨੇ ਵੀ ਸਟੈਪ ਵਾਈਜ਼ ਸਿਖਾਉਣਾ ਹੁੰਦਾ ਹੈ ਤੇ ਬੱਚਿਆਂ ਨੇ ਵੀ ਸਟੈਪ ਵਾਈਜ਼ ਸਿੱਖਣਾ ਹੁੰਦਾ ਹੈ। ਜਿਵੇਂ ਸਾਡੀ ਅਕੈਡਮਿਕ ਐਜੂਕੇਸ਼ਨ ਵਿੱਚ ਜੇ ਬੱਚੇ ਨੇ BA ਕਰਨੀ ਹੈ ਤਾਂ ਉਹਦੇ ਲਈ ਕੀ ਹੈ, ਸ਼ੁਰੂਆਤ ਉਹਦੀ ਨਰਸਰੀ KG ਤੋਂ ਹੀ ਹੋਊਗੀ। ਇਸੇ ਤਰ੍ਹਾਂ ਸਾਡੀ ਆਪਣੀ ਟ੍ਰੇਡ ਵਿੱਚ ਸਿਵਿੰਗ ਟੈਕਨੋਲੋਜੀ ਟ੍ਰੇਡ ਵਿੱਚ ਆਪਾਂ ਵਧੀਆ ਟੀਚਰ ਬਣਨਾ ਹੈ ਤਾਂ ਉਹਦੇ ਵਿੱਚ ਕੀ ਹੈ, ਜੇ ਆਪਾਂ ਇਹਦੇ ਵਿੱਚ ਵਧੀਆ ਡਿਜ਼ਾਈਨਰ ਬਣਨਾ ਚਾਹੁੰਦੇ ਹਾਂ ਤਾਂ ਉਹਦੇ ਲਈ ਵੀ ਜਿਹੜੀ ਸ਼ੁਰੂਆਤ ਹੈ ਉਹ ਤਾਂ ਅਸੀਂ ਪਹਿਲਾਂ ਡਰਾਫਟਿੰਗ ਤੋਂ ਹੀ ਕਰਾਂਗੇ। ਪਹਿਲਾਂ ਸ਼ੁਰੂਆਤ ਬੇਸਿਕ ਹੀ ਸਿੱਖਾਂਗੇ। ਕਦੇ ਇਸ ਤਰ੍ਹਾਂ ਤਾਂ ਨਹੀਂ ਹੁੰਦਾ ਕਿ ਅਸੀਂ ਕਲਾਸ 'ਚ ਗਏ ਹਾਂ, ਜਾਂਦੇ ਸਾਨੂੰ ਕਟਿੰਗ ਸਿਖਾਉਣੀ ਸ਼ੁਰੂ ਕਰ ਦਿੱਤੀ, ਸਿਲਾਈ ਕਰਵਾਉਣੀ ਸ਼ੁਰੂ ਕਰ ਦਿੱਤੀ। ਪਹਿਲਾਂ ਮਸ਼ੀਨ ਤੇ ਬੈਠਣਾ ਸਿਖਾਇਆ ਜਾਂਦਾ ਹੈ, ਮਸ਼ੀਨ ਚਲਾਉਣੀ ਸਿਖਾਈ ਜਾਂਦੀ ਹੈ, ਡਰਾਫਟਿੰਗ ਸਿਖਾਈ ਜਾਂਦੀ ਹੈ, ਪੈਟਰਨ ਕਿੱਦਾਂ ਕੱਟਣੇ ਹੈ, ਸਾਰਾ ਮੀਨਸ ਬੇਸ ਸਿਖਾਇਆ ਜਾਂਦਾ ਹੈ। ਜੇ ਆਪਾਂ ਵਧੀਆ ਸਿੱਖਣਾ ਚਾਹੁੰਦੇ ਹਾਂ ਤਾਂ ਉਹਦੇ ਲਈ ਕੀ ਹੈ, ਸਾਨੂੰ ਜਿਹੜੇ ਮੇਨ ਬੇਸਿਕ ਪੁਆਇੰਟਸ ਹੈ ਉਹਨਾਂ ਨੂੰ ਫੋਲੋ ਕਰਨਾ ਪਏਗਾ। ਇਹਨਾਂ ਨੂੰ ਹੀ ਟੀਚਿੰਗ ਸਟੈਪਸ ਕਿਹਾ ਜਾਂਦਾ ਹੈ, ਜਿਹਦੇ ਵਿੱਚ ਕੀ ਹੈ ਕਿ ਅਸੀਂ ਵੱਖਰੇ ਵੱਖਰੇ ਸਟੈਪ ਵਿੱਚ
ਸਿੱਖਣਾ ਹੁੰਦਾ ਹੈ। ਤਾਂ ਇਹ ਵੱਖਰੇ ਵੱਖਰੇ ਸਟੈਪ ਕਿਵੇਂ ਆਉਂਦੇ ਆ, ਜਿਵੇਂ ਸਟੈਪ ਵਾਈਜ਼ ਅਸੀਂ ਇਹਨਾਂ ਦੀ ਅੱਗੇ ਕਰਾਂਗੇ, ਸਟੈਪ ਵਾਈਜ਼ ਦੀ ਡਿਟੇਲ 'ਚ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੇ ਕਿਹੜੇ ਸਟੈਪ ਹੈ, ਕਿੱਥੋਂ ਇਹ ਸ਼ੁਰੂ ਹੁੰਦੇ ਆ, ਕਿਹੜੇ ਸਟੈਪ ਤੋਂ ਸ਼ੁਰੂ ਹੋ ਕੇ ਆਪਾਂ ਲਾਸਟ ਤੱਕ ਪਹੁੰਚਣਾ ਹੈ ਤੇ ਕਿਵੇਂ ਆਪਾਂ ਆਪਣੇ ਮਕਸਦ ਵਿੱਚ ਕਾਮਯਾਬ ਹੋਣਾ ਹੈ। ਟੀਚਿੰਗ ਸਟੈਪਸ ਨੂੰ ਆਪਾਂ ਪੰਜਾਬੀ ਵਿੱਚ ਲਿਖਦੇ ਹਾਂ ਸਿੱਖਿਆ ਦੇ ਚਰਨ, ਕਿ ਸਿੱਖਿਆ ਦੇ ਚਰਨ ਕਿਹੜੇ ਕਿਹੜੇ ਹੈ, ਕਿਹੜੇ ਕਿਹੜੇ ਸਟੈਪਸ ਵਿੱਚੋਂ ਹੋ ਕੇ ਆਪਾਂ ਸਿੱਖਿਆ ਹਾਸਲ ਕਰਦੇ ਹਾਂ। ਤੇ ਇਹਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਚਰਨ ਹੈ ਸਿੱਖਿਆ ਦਾ, ਉਹ ਹੈਗਾ ਸਾਡਾ ਪ੍ਰਪੇਰੇਸ਼ਨ। ਪ੍ਰਪੇਰੇਸ਼ਨ ਤੋਂ ਭਾਵ ਕਿ ਆਪਣੇ ਆਪ ਨੂੰ ਪ੍ਰਪੇਅਰ ਕਰਨਾ। ਸਭ ਤੋਂ ਟੀਚਿੰਗ ਦਾ ਜਿਹੜਾ ਪਹਿਲਾ ਸਟੈਪ ਹੈ ਉਹ ਤਿਆਰੀ ਹੈ। ਤਿਆਰੀ ਤੋਂ ਭਾਵ ਕਿ ਜਦੋਂ ਟੀਚਰ ਨੇ ਕਲਾਸ 'ਚ ਜਾਣਾ, ਪਹਿਲਾਂ ਉਹਨੂੰ ਆਪਣੇ ਲੈਕਚਰ ਦੀ ਤਿਆਰੀ ਚਾਹੀਦੀ ਹੈ ਕਿ ਜੋ ਮੈਂ ਕਲਾਸ ਵਿੱਚ ਕਰਵਾਉਣਾ ਹੈ ਕਿ ਉਹ ਪੂਰੀ ਤਰ੍ਹਾਂ ਪ੍ਰਪੇਅਰ ਹੈ। ਆਪਣਾ ਲੈਸਨ ਜਦੋਂ ਪ੍ਰਪੇਅਰ ਹੈ, ਉਸ ਤੋਂ ਬਾਅਦ ਜਿਹੜਾ ਅਗਲਾ ਸਟੈਪ ਆਉਂਦਾ ਹੈ ਉਹ ਟੀਚਰ ਨੇ ਕਲਾਸ 'ਚ ਜਾ ਕੇ ਕਲਾਸ ਦੀ ਪ੍ਰਪੇਅਰੇਸ਼ਨ ਦੇਖਣੀ ਹੁੰਦੀ ਹੈ ਕਿ ਸਿੱਖਣ ਦੇ ਹਿਸਾਬ ਨਾਲ ਜਿਹੜੇ ਸਟੂਡੈਂਟ ਹੈ ਉਹ ਪ੍ਰਪੇਅਰ ਹੋ ਕੇ ਬੈਠੇ ਨੇ, ਜੋ ਮੈਂ ਅੱਜ ਸਿਖਾਉਣਾ ਹੈ ਉਸ ਹਿਸਾਬ ਨਾਲ ਉਹ ਸਹੀ ਤਰ੍ਹਾਂ ਬੈਠੇ ਹੋਏ ਨੇ, ਤਿਆਰ ਹੋ ਕੇ ਬੈਠੇ ਨੇ ਸਿੱਖਣ ਲਈ। ਫਿਰ ਇਹ ਜਿਹੜਾ ਮੁੱਢਲਾ ਚਰਨ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਤਿਆਰੀ, ਇਹਦੇ ਵਿੱਚ ਟੀਚਰ ਕੀ ਕਰ ਸਕਦਾ ਹੈ, ਉਹਨਾਂ ਨੂੰ ਸਿੱਖਣ ਲਈ ਪ੍ਰਪੇਅਰ ਕਰਨ ਵਾਸਤੇ ਕਿ ਇਹ ਸਿੱਖਣ ਲਈ ਤਿਆਰ ਹੋਣ, ਕੋਈ ਮਾਡਲ ਦਿਖਾ ਸਕਦਾ ਹੈ ਜਾਂ ਉਹਨਾਂ ਨੂੰ ਇਸ ਢੰਗ ਨਾਲ ਤਿਆਰ ਕਰ ਸਕਦਾ ਹੈ ਕਿ ਜਿਹੜੀ ਆ ਉਹ ਸਿੱਖਣ ਲਈ ਤਿਆਰ ਹੋ ਜਾਣ, ਉਹਨਾਂ ਦਾ ਜਿਹੜਾ ਇੰਟਰਸਟ ਬਣ ਜਾਏ, ਉਹ ਆਪਣੇ ਆਪ ਨੂੰ ਇਹ ਮਹਿਸੂਸ ਕਰਨ ਕਿ ਮੈਂ ਹੁਣ ਸਿੱਖਣ ਲਈ ਬੈਠਾ ਹੈ, ਕੁਝ ਗੇਨ ਕਰਨ ਲਈ ਬੈਠਾ ਹੈ। ਇਹ ਸਾਡੀ ਇੱਕ ਕਿਸਮ ਦੀ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਜਦੋਂ ਆਪਾਂ ਕੋਈ ਉਹਨੂੰ ਡੈਮੋਸਟ੍ਰੇਸ਼ਨ ਦਿਖਾਣੀ ਹੈ, ਵਰਬਲ ਐਕਸਪਲੇਨੇਸ਼ਨ, ਉਹਦੇ ਵਿੱਚ ਕੀ ਹੈ ਕਿ ਅਸੀਂ ਇੱਕ ਤਰ੍ਹਾਂ ਦੀ ਭੁੱਖ, ਜਿਹਨੂੰ ਆਪਾਂ ਕਹਿੰਦੇ ਆ ਭੁੱਖ ਜਾਗਰਿਤ ਕਰਨੀ ਹੁੰਦੀ ਹੈ ਕਿ ਸਿੱਖਣ ਲਈ ਉਹਦਾ ਦਿਲ ਕਰੇ, ਉਹ ਲੋੜ ਮਹਿਸੂਸ ਕਰੇ ਕਿ ਮੈਂ ਸਿੱਖਣਾ ਹੈ। ਜਦੋਂ ਟੀਚਰ ਪ੍ਰਪੇਅਰ ਹੋ ਕੇ ਬੱਚੇ ਸਿੱਖਣ ਲਈ ਪ੍ਰਪੇਅਰ ਨੇ, ਉਸ ਤੋਂ ਬਾਅਦ ਅਗਲਾ ਜਿਹੜਾ ਸਟੈਪ ਆਉਂਦਾ ਹੈ, ਅਗਲਾ ਜਿਹੜਾ ਸਿੱਖਿਆ ਦਾ ਚਰਨ ਆਉਂਦਾ ਹੈ, ਉਹ ਹੈਗੀ ਹੈ ਪ੍ਰੈਜੈਂਟੇਸ਼ਨ। ਪ੍ਰੈਜੈਂਟੇਸ਼ਨ ਤੋਂ ਭਾਵ ਪ੍ਰਸਤੁਤੀਕਰਨ, ਭਾਵ ਉਸ ਤੋਂ ਬਾਅਦ ਕੀ ਹੈ, ਜਿਹੜਾ ਟੀਚਰ ਹੈ ਉਹ ਆਪਣਾ ਟੌਪਿਕ ਅੱਗੇ ਰੱਖਦਾ ਹੈ। ਟੌਪਿਕ ਅੱਗੇ ਰੱਖ ਜਾ ਰਹੇ ਹਾਂ, ਉਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਕਈ ਵਾਰ ਟੀਚਰ ਕੋਈ ਆਪਣਾ ਚਾਰਟ ਦਿਖਾਉਂਦੇ ਆ ਆਪਾਂ ਕਿ ਇਹ ਦੇਖੋ ਅੱਜ ਜੋ ਆਪਾਂ ਕਰਨਾ ਹੈ ਉਹ ਇਹ ਹੈ, ਜਾਂ ਆਪਾਂ ਕੋਈ ਬਣੀ ਚੀਜ਼ ਦਿਖਾਉਂਦੇ ਆ, ਜਾਂ ਉਹਦੇ ਵਿੱਚ ਸਾਡੀ ਕੁਛ ਵੀ ਨਹੀਂ ਆਪਾਂ ਜੇ ਦਿਖਾਇਆ ਤਾਂ ਵਰਬਲ ਐਕਸਪਲੇਨੇਸ਼ਨ ਆਉਂਦੀ ਹੈ, ਭਾਵ ਆਪਾਂ ਬੋਲ ਕੇ ਦੱਸਦੇ ਹਾਂ ਕਿ ਅੱਜ ਦੇ ਲੈਕਚਰ ਵਿੱਚ ਜੋ ਮੈਂ ਤੁਹਾਨੂੰ ਕਰਾ ਰਹੀ ਹਾਂ ਉਹਦੀ ਜਿਹੜੇ ਇਹ ਉਹਦਾ ਵਿਸ਼ਾ ਹੈ, ਇਹਦੇ ਵਿੱਚ ਅਸੀਂ ਕੀ ਕੀ ਕਰਾਂਗੇ, ਉਹ ਸਾਰਾ ਕੁਝ ਇਹਦੇ ਪ੍ਰੈਜੈਂਟੇਸ਼ਨ ਵਿੱਚ ਦੱਸਿਆ ਜਾਂਦਾ ਹੈ, ਜਿਹੜਾ ਕਿ ਸਾਡੇ ਟੀਚਿੰਗ ਸਟੈਪਸ ਦਾ ਸੈਕੰਡ ਸਟੈਪ ਹੁੰਦਾ, ਜਿਹਦੇ ਵਿੱਚ ਅਸੀਂ ਪ੍ਰੈਜੈਂਟੇਸ਼ਨ ਦੇਣੀ ਹੁੰਦੀ ਹੈ। ਉਸ ਤੋਂ ਬਾਅਦ ਸਾਡਾ ਨੈਕਸਟ ਸਟੈਪ ਆ ਜਾਂਦਾ ਐਕਸਪਲੇਨ ਦਾ ਰੂਲਸ। ਐਕਸਪਲੇਨ ਦਾ ਰੂਲਸ ਤੋਂ ਭਾਵ ਕਿ ਅਸੀਂ ਕਲਾਸ ਨਾਲ ਰਿਲੇਟਡ ਜੋ ਆਪਾਂ ਸਿਖਾ ਰਹੇ ਹਾਂ ਉਹਦੇ ਨਾਲ ਰਿਲੇਟਡ ਨਿਯਮ ਦੱਸਣੇ ਨੇ, ਨਿਯਮਾਂ ਬਾਰੇ ਦੱਸਣਾ ਹੈ। ਜਿਵੇਂ ਕਿ ਕੀ ਹੈ ਕਿ ਜਦੋਂ ਆਪਾਂ ਸ਼ੁਰੂ 'ਚ ਨਿਯਮ ਦੱਸ ਦਿੰਦੇ ਹਾਂ, ਜਿੱਦਾਂ ਅਸੀਂ ਡਰਾਫਟਿੰਗ ਕਰਾਉਣ ਲੱਗੇ ਹਾਂ ਤਾਂ ਆਪਾਂ ਉਹਦੇ 'ਚ ਨਿਯਮ ਦੱਸਣੇ ਹੁੰਦੇ ਕਿ ਬੇਟਾ ਇਸ ਸਾਈਡ ਨੂੰ ਆਪਾਂ ਇਹਦੀ ਲੰਬਾਈ ਲੈਣੀ ਹੈ, ਇਸ ਸਾਈਡ ਨੂੰ ਇਹਦੀ ਚੌੜਾਈ ਲੈਣੀ ਹੈ। ਜੇ ਆਪਾਂ ਬਰਾਊਨ ਪੇਪਰ ਤੇ ਡਰਾਫਟਿੰਗ ਕਰ ਰਹੇ ਹਾਂ ਤਾਂ ਬਰਾਊਨ ਪੇਪਰ ਦੀ ਸਿੱਧੀ ਸਾਈਡ ਕਿਹੜੀ ਹੁੰਦੀ ਹੈ, ਉਸ ਸਾਈਡ ਨੂੰ ਅਸੀਂ ਡਰਾਫਟਿੰਗ ਕਰਨੀ ਹੈ। ਇਹ ਸਾਰੇ ਜਦੋਂ ਆਪਾਂ ਲੈਸਨ ਆਪਣਾ ਸ਼ੁਰੂ ਕਰਨਾ ਹੈ, ਲੈਸਨ ਸ਼ੁਰੂ ਕਰਨ ਤੋਂ ਪਹਿਲਾਂ ਜੋ ਜੋ ਉਹਦੇ ਰੂਲਸ ਹੈ ਉਹ ਸਾਰੇ ਦੱਸ ਦਿੱਤੇ ਜਾਂਦੇ ਨੇ। ਉਹਦੇ ਨਾਲ ਕੀ ਫਰਕ ਪੈਂਦਾ ਹੈ ਕਿ ਜਦੋਂ ਆਪਾਂ ਸਾਰੇ ਰੂਲਸ ਪਹਿਲਾਂ ਕਲੀਅਰ ਕਰ ਦਿੱਤੇ ਕਿ ਇਸ ਤਰ੍ਹਾਂ ਕਰਨਾ ਹੈ, ਉਹਦੇ ਨਾਲ ਸਾਡੀ ਜਿਹੜੀ ਹੈ ਉਹ ਟਾਈਮ ਦੀ ਵੀ ਬੱਚਤ ਹੁੰਦੀ ਹੈ, ਦੁਬਾਰਾ ਸਾਨੂੰ ਬਾਰ-ਬਾਰ ਵਿੱਚ ਨਹੀਂ ਦੱਸਣਾ ਪੈਂਦਾ, ਭਾਵ ਸਾਡੀ ਸ਼ਕਤੀ ਦੀ ਵੀ ਉਹਦੇ ਵਿੱਚ ਬੱਚਤ ਹੁੰਦੀ ਹੈ। ਉਹਦੇ ਨਾਲ ਕੀ ਹੈ, ਬੱਚੇ ਚੰਗੀ ਤਰ੍ਹਾਂ ਸਮਝ ਸਕਦੇ ਨੇ। ਹੁਣ ਜਦੋਂ ਆਪਾਂ ਰੂਲਸ ਵੀ ਦੱਸ ਦਿੱਤੇ, ਆਪਣਾ ਸਬਜੈਕਟ ਵੀ ਦੱਸ ਦਿੱਤਾ, ਫਿਰ ਉਹਨਾਂ ਨੂੰ ਦੱਸ ਦਿੱਤਾ ਕਿ ਕੀ ਕਰਾਉਣਾ ਹੈ, ਕੀ ਕਰਾਇਆ ਹੈ, ਉਸ ਤੋਂ ਬਾਅਦ ਜੋ ਆਪਾਂ ਕਰਾ ਰਹੇ ਹਾਂ ਵਾਰੀ ਆਉਂਦੀ ਹੈ ਉਹਦੀ ਪ੍ਰੈਕਟਿਸ ਦੀ, ਭਾਵ ਜੋ ਆਪਾਂ ਕਰਕੇ ਬੱਚੇ ਨੂੰ ਦੱਸਿਆ ਹੈ ਡੈਮੋਸਟ੍ਰੇਸ਼ਨ ਵਿੱਚ, ਫਿਰ ਆਪਾਂ ਕੀ ਕਰਦੇ ਹਾਂ, ਬੱਚੇ ਨੂੰ ਉਹਦੀ ਪ੍ਰੈਕਟਿਸ ਕਰਵਾਉਂਦੇ ਹਾਂ। ਪ੍ਰੈਕਟਿਸ ਕੀ ਹੈ
ਕਿਸੇ ਚੀਜ਼ ਨੂੰ ਜਦੋਂ ਆਪਾਂ ਬਾਰ-ਬਾਰ ਕਰਦੇ ਆਂ, ਬਾਰ-ਬਾਰ ਕਿਸੇ ਚੀਜ਼ ਦਾ ਆਪਾਂ ਅਭਿਆਸ ਕਰਦੇ ਆਂ। ਬਾਰ-ਬਾਰ ਕਰਨ ਨਾਲ ਕੀ ਹੁੰਦਾ ਹੈ, ਜਦੋਂ ਇੱਕੋ ਕੰਮ ਨੂੰ ਆਪਾਂ ਬਾਰ-ਬਾਰ ਕਰਦੇ ਆਂ, ਫਿਰ ਉਸ ਕੰਮ ਵਿੱਚ ਨਿਪੁੰਨਤਾ ਆ ਜਾਂਦੀ ਹੈ, ਜਿਹਨੂੰ ਆਪਾਂ ਕਹਿੰਦੇ ਆ ਕਿ ਜਿਹੜਾ ਟੀਚਰ ਹੈ ਉਹ ਬੱਚੇ ਨੂੰ ਉਸ ਕੰਮ ਵਿੱਚ ਪਰਫੈਕਟ ਬਣਾ ਦਿੰਦਾ ਹੈ, ਜਦੋਂ ਉਸ ਕੰਮ ਨੂੰ ਬਾਰ-ਬਾਰ ਕਰਵਾਇਆ ਜਾਂਦਾ ਹੈ। ਉਸ ਤੋਂ ਬਾਅਦ ਟੀਚਿੰਗ ਸਟੈਪਸ 'ਚ ਅਗਲਾ ਸਟੈਪ ਆਉਂਦਾ ਹੈ ਕਰੈਕਸ਼ਨ ਦਾ, ਕਿ ਜਦੋਂ ਬੱਚੇ ਨੇ ਪ੍ਰੈਕਟਿਸ ਕੀਤੀ, ਬੱਚੇ ਨੇ ਕਰਕੇ ਦੇਖਿਆ, ਉਹਦੇ ਵਿੱਚ ਕੀ ਹੈ, ਬਾਰ-ਬਾਰ ਅਧਿਆਪਕ ਹੈ ਜਿਹੜਾ ਉਹਦੇ ਵਿੱਚ ਗਲਤੀ ਕੱਢਦਾ ਹੈ। ਇੱਕ ਵਾਰੀ ਬੱਚੇ ਨੇ ਕੰਮ ਕਰਕੇ ਲਿਆਂਦਾ, ਅਧਿਆਪਕ ਨੇ ਦੇਖਿਆ, ਉਹਨੂੰ ਦੱਸਿਆ ਕਿ ਇੱਥੇ ਬੇਟਾ ਸੁਧਾਈ ਕਰਨ ਦੀ ਲੋੜ ਹੈ, ਕਿਵੇਂ ਇਹਨੂੰ ਠੀਕ ਕਰਨਾ ਹੈ, ਉਹ ਢੰਗ ਦੱਸਦਾ ਹੈ ਕਿ ਇਸ ਤਰ੍ਹਾਂ ਇਹਨੂੰ ਬੇਟਾ ਠੀਕ ਕਰੋ। ਉਸ ਤੋਂ ਬਾਅਦ ਢੰਗ ਦੱਸ ਕੇ ਨਾਲ ਉਹਦੀ, ਜਿਹਨੂੰ ਆਪਾਂ ਕਹਿੰਦੇ ਆ ਮੌਖਿਕ ਵਿਆਖਿਆ ਕਰਦਾ ਹੈ, ਉਹਨੂੰ ਆਰਾਮ ਨਾਲ ਦੱਸਦਾ ਹੈ ਕਿ ਬੇਟਾ ਇੱਥੋਂ ਇਹ ਫਰਕ ਪਿਆ, ਦੁਬਾਰਾ ਫੇਰ ਕਰਕੇ ਦੇਖ, ਬਾਰ-ਬਾਰ ਕਰਕੇ ਫਿਰ ਉਹਦੀ ਗਲਤੀ 'ਚ ਸੁਧਾਰ ਆਉਂਦਾ ਹੈ। ਉਸ ਤੋਂ ਬਾਅਦ ਅਗਲਾ ਸਟੈਪ ਆਉਂਦਾ ਹੈ ਜਿਹਨੂੰ ਆਪਾਂ ਕਹਿੰਦੇ ਆ ਪ੍ਰੈਕਟਿਸ ਆਫਟਰ ਕਰੈਕਸ਼ਨ, ਕਿ ਜਦੋਂ ਤੁਹਾਨੂੰ ਸਾਰੀਆਂ ਗਲਤੀਆਂ ਦਾ ਪਤਾ ਲੱਗ ਗਿਆ, ਕੀ ਗਲਤੀ ਵਿੱਚ ਹੋਈ ਹੈ ਮੇਰੇ ਕੋਲੋਂ, ਟੀਚਰ ਨੇ ਤੁਹਾਨੂੰ ਕਲੀਅਰ ਕੀਤਾ ਤੇ ਬੱਚੇ ਨੂੰ ਪਤਾ ਲੱਗ ਗਿਆ ਕਿ ਕੀ ਗਲਤੀ ਮੇਰੇ ਤੋਂ ਹੋਈ ਹੈ, ਫਿਰ ਉਸ ਤੋਂ ਬਾਅਦ ਇੱਕ ਫਾਈਨਲ ਪ੍ਰੈਕਟਿਸ ਉਹ ਕਰਦਾ ਹੈ ਜਿਹਦੇ ਵਿੱਚ ਸਾਰੀਆਂ ਗਲਤੀਆਂ ਸੁਧਾਰ ਕੇ, ਕਿ ਸਭ ਕੁਝ ਠੀਕ ਕਰਕੇ, ਸਾਰੀ ਕਰੈਕਸ਼ਨ ਨੂੰ ਠੀਕ ਕਰਕੇ ਫਿਰ ਉਹ ਪ੍ਰੈਕਟਿਸ ਕਰਦਾ ਹੈ। ਉਸ ਤੋਂ ਬਾਅਦ ਆਂਦਾ ਇਹਦੀ ਐਪਲੀਕੇਸ਼ਨਸ, ਭਾਵ ਇਹਦੀ ਪ੍ਰਯੋਗ। ਜਦੋਂ ਆਪਾਂ ਗਲਤੀਆਂ ਦਾ ਵੀ ਸਾਨੂੰ ਪਤਾ ਲੱਗ ਗਿਆ, ਗਲਤੀਆਂ ਤੋਂ ਸੁਧਾਰ ਕੇ ਅਸੀਂ ਉਸ ਤੋਂ ਬਾਅਦ ਵੀ ਉਹਦੀ ਪ੍ਰੈਕਟਿਸ ਕਰ ਲਈ, ਉਸ ਤੋਂ ਬਾਅਦ ਆਂਦਾ ਹੈ ਕਿ ਜੋ ਆਪਾਂ ਸਿੱਖਿਆ ਹੈ ਉਹਨੂੰ ਆਪਾਂ ਵਰਤੋਂ ਵਿੱਚ ਲਿਆਈਏ। ਜਿਵੇਂ ਅਸੀਂ ਕੋਈ ਕੱਪੜਾ ਸਟਿਚ ਕਰਨਾ ਸਿੱਖਿਆ, ਕਲਾਸ 'ਚ ਸਾਨੂੰ ਜੋ ਨਾਪ ਦੱਸਿਆ, ਅਸੀਂ ਉਸ ਹਿਸਾਬ ਨਾਲ ਉਹਦੀ ਪ੍ਰੈਕਟਿਸ ਕੀਤੀ, ਉਹਦੀ ਕਰੈਕਸ਼ਨ ਤੋਂ ਬਾਅਦ ਸਾਨੂੰ ਫਾਈਨਲ ਪਤਾ ਲੱਗ ਗਿਆ ਕਿ ਇਹਦੇ ਵਿੱਚ ਕੀ ਗਲਤੀ ਹੋ ਸਕਦੀ ਹੈ, ਕਿਵੇਂ ਉਹਨੂੰ ਸੁਧਾਰਿਆ ਜਾ ਸਕਦਾ ਹੈ। ਫਿਰ ਕੀ ਹੈ, ਅਸੀਂ ਉਹਨੂੰ ਆਪਣੀ ਜ਼ਿੰਦਗੀ 'ਚ ਘਰ ਆਪਣੇ ਪ੍ਰਯੋਗ ਕਰਕੇ ਦੇਖਣਾ ਹੈ। ਕੋਈ ਸੂਟ ਸਟਿਚ ਕਰਨਾ ਸਿੱਖਿਆ, ਕਲਾਸ 'ਚ ਸਾਰੀਆਂ ਗਲਤੀਆਂ ਦਾ ਪਤਾ ਲੱਗ ਗਿਆ, ਉਸ ਤੋਂ ਬਾਅਦ ਅਸੀਂ ਆਪ ਨਾਪ ਲੈ ਕੇ ਉਹ ਸੂਟ ਨੂੰ ਸਟਿਚ ਕਰਕੇ ਦੇਖਣਾ ਹੈ। ਕਿਉਂਕਿ ਜਦੋਂ ਤੱਕ ਆਪਾਂ ਖੁਦ ਕਰਕੇ ਨਹੀਂ ਸਿੱਖਦੇ, ਆਪ ਕਰਕੇ ਨਹੀਂ ਸਿੱਖਦੇ, ਉਦੋਂ ਤੱਕ ਅਸੀਂ ਚੰਗੀ ਤਰ੍ਹਾਂ ਕਿਸੇ ਵੀ ਕੰਮ ਵਿੱਚ ਪਰਫੈਕਟ ਨਹੀਂ ਹੋ ਸਕਦੇ। ਉਸ ਤੋਂ ਬਾਅਦ ਆਉਂਦੇ ਆ ਕਿ ਸਾਡੀ ਟੀਚਿੰਗ ਵਿੱਚ ਪੁਆਇੰਟਸ ਟੂ ਸਕਸੈਸ ਇਨ ਟੀਚਿੰਗ, ਕਿਹੜੇ ਪੁਆਇੰਟਸ ਨੇ ਜਿਹਦੇ ਵਿੱਚ ਜਿਹੜੀ ਸਿਖਾਉਣ ਦੀ ਕਲਾ, ਜਿਹਨੂੰ ਆਪਾਂ ਕਹਿੰਦੇ ਆ ਇੱਕ ਟੀਚਰ ਹੈ ਜਿਹੜਾ, ਉਹ ਜੇ ਅਸੀਂ ਕਾਮਯਾਬ ਟੀਚਿੰਗ ਸਕਸੈਸ ਹੋਣਾ ਚਾਹੁੰਦੇ ਆ ਤਾਂ ਉਹਦੇ ਵਿੱਚ ਕਿਹੜੀਆਂ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਪਏਗਾ। ਸਭ ਤੋਂ ਪਹਿਲਾ ਪੁਆਇੰਟ ਹੈਗਾ ਇਹਦੇ ਵਿੱਚ ਮੋਟੀਵੇਸ਼ਨ। ਮੋਟੀਵੇਸ਼ਨ ਕੀ ਹੈ, ਆਪਾਂ ਪਹਿਲਾਂ ਵੀ ਕਿਸੇ ਲੈਕਚਰ 'ਚ ਕੀਤਾ ਹੋਇਆ। ਮੋਟੀਵੇਸ਼ਨ ਕੀ ਹੈ, ਪ੍ਰੇਰਣਾ ਕੀ ਹੁੰਦੀ ਹੈ ਕਿ ਜਦੋਂ ਅਸੀਂ ਬੱਚੇ ਨੂੰ ਕਿਸੇ ਕੰਮ ਨੂੰ ਕਰਨ ਲਈ ਉਹਨੂੰ ਤਿਆਰ ਕਰਨਾ ਹੈ, ਉਹਨੂੰ ਇਸ ਢੰਗ ਨਾਲ ਪ੍ਰੇਰਿਤ ਕਰਨਾ ਹੈ ਕਿ ਬੱਚਾ ਉਹ ਕੰਮ ਕਰਨ ਲਈ ਤਿਆਰ ਹੋ ਜਾਏ। ਤੇ ਮੋਟੀਵੇਸ਼ਨ ਵੱਖਰੇ ਤਰ੍ਹਾਂ ਦੀ ਹੋ ਸਕਦੀ ਹੈ, ਜਿਵੇਂ ਇੱਕ ਆਪਾਂ ਲੈਂਦੇ ਆ ਪੋਜ਼ਿਟਿਵ ਮੋਟੀਵੇਸ਼ਨ ਹੈ, ਨੈਗੇਟਿਵ ਮੋਟੀਵੇਸ਼ਨ ਹੈ। ਪੋਜ਼ਿਟਿਵ ਮੋਟੀਵੇਸ਼ਨ 'ਚ ਆਪਾਂ ਕੀ ਹੈ ਕਿ ਬੱਚੇ ਨੂੰ ਅਸੀਂ ਆਪਣੀ ਟ੍ਰੇਨਿੰਗ ਦੇ ਵੱਖ ਤਰ੍ਹਾਂ ਦੇ ਫਾਇਦੇ ਦੱਸ ਸਕਦੇ ਹਾਂ ਕਿ ਬੇਟਾ ਤੁਸੀਂ ਇਹ ਕਰੋਗੇ, ਇਹਦੇ ਵਿੱਚ ਇਹ ਫਾਇਦਾ ਹੈ ਤੁਹਾਡਾ, ਇਸ ਤਰ੍ਹਾਂ ਕਰੋ, ਅੱਗੇ ਇਹਦੇ 'ਚ ਜੌਬ ਦੇ ਸਕੋਪ ਨੇ। ਬੱਚੇ ਨੂੰ ਕਿਸੇ ਵੀ ਢੰਗ ਨਾਲ ਆਪਾਂ ਪੋਜ਼ਿਟਿਵਲੀ ਮੋਟੀਵੇਟ ਕਰਨਾ ਕਿ ਬੱਚਾ ਕਹੇ ਕਿ ਹਾਂ ਮੈਂ ਇਹ ਕਰਨਾ ਹੈ। ਤੇ ਇੱਕ ਢੰਗ ਹੁੰਦਾ ਜੇ ਆਪਾਂ ਜਿਹਨੂੰ ਆਪਾਂ ਕਹਿੰਦੇ ਆ ਨੈਗੇਟਿਵ ਮੋਟੀਵੇਸ਼ਨ, ਸਜ਼ਾ ਦੇ ਕੇ ਕਿ ਬੇਟਾ ਜੇ ਤੂੰ ਨਹੀਂ ਕੀਤਾ ਮੈਂ ਤੇਰੀ ਐਬਸੈਂਟ ਲਾ ਦੇਣੀ ਹੈ ਜਾਂ ਕਲਾਸ ਤੋਂ ਬਾਹਰ ਖੜਾ ਕਰਨਾ। ਭਾਵ ਕਿ ਬੱਚਾ ਜਿਹੜਾ ਉਹ ਕਿਸੇ ਢੰਗ ਨਾਲ ਮੋਟੀਵੇਟ ਹੋਵੇ ਕਿ ਮੈਂ ਇਹ ਕੰਮ ਕਰਨਾ ਹੈ, ਉਹ ਤਿਆਰ ਹੋਵੇ ਉਹ ਕੰਮ ਕਰਨ ਲਈ। ਫਸਟ, ਜੇ ਆਪਾਂ ਟੀਚਿੰਗ 'ਚ ਸਕਸੈਸ ਹੋਣਾ ਚਾਹੁੰਦੇ ਹਾਂ ਤਾਂ ਸਾਨੂੰ ਬੱਚਿਆਂ ਨੂੰ ਮੋਟੀਵੇਟ ਕਰਨਾ ਪਏਗਾ ਕਿ ਕਿਵੇਂ ਆਪਾਂ ਉਹਨਾਂ ਨੂੰ ਮੋਟੀਵੇਟ ਕਰਨਾ ਹੈ। ਉਸ ਤੋਂ ਬਾਅਦ ਅਗਲਾ ਪੁਆਇੰਟ ਆਉਂਦਾ ਹੈ ਟੀਚਿੰਗ 'ਚ ਸਕਸੈਸ ਦਾ, ਕਿ ਜਿਹੜੀ ਸਾਡੀ ਟੀਚਿੰਗ ਹੈ, ਜੋ ਆਪਾਂ ਸਿਖਾ ਰਹੇ ਹਾਂ, ਉਹ ਹੋਵੇ ਅਕੋਰਡਿੰਗ ਟੂ ਲੈਵਲ ਆਫ ਸਟੂਡੈਂਟਸ। ਮੀਨਸ ਕਿ ਉਹ ਬੱਚਿਆਂ ਦੇ ਪੱਧਰ ਅਨੁਸਾਰ ਹੋਣਾ ਚਾਹੀਦਾ ਹੈ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਬੱਚੇ ਕਿਸ ਲੈਵਲ ਦੇ ਹੈ। ਜਿਵੇਂ ਸਾਡੇ ਕੋਲ
ਸਾਨੂੰ ਪਤਾ ਹੈ ਸਾਡੀ ਸਿਵਿੰਗ ਟੈਕਨੋਲੋਜੀ ਟ੍ਰੇਡ ਵਿੱਚ ਬੱਚੇ ਮੈਕਸਿਮਮ ਹੈ ਜਿਹੜੇ ਉਹ +2 ਬੇਸ ਮੈਟ੍ਰਿਕ ਬੇਸ ਆਉਂਦੇ ਆ। ਹੁਣ ਜੇ ਆਪਾਂ ਉਸ ਬੱਚੇ ਦੇ ਲੈਵਲ ਨੂੰ ਨਹੀਂ ਦੇਖਦੇ, ਅਸੀਂ ਆਪਣੀ ਨੌਲੇਜ ਦੇ ਹਿਸਾਬ ਨਾਲ ਆਪਾਂ ਲਗਾਤਾਰ ਇੰਗਲਿਸ਼ 'ਚ ਲੈਕਚਰ ਦੇ ਰਹੇ ਹਾਂ, ਜਾਂ ਅਸੀਂ ਜਿਹੜਾ ਬੇਸਿਕ ਹੈ ਉਹਨੂੰ ਨਹੀਂ ਬੱਚੇ ਨੂੰ ਸਿਖਾ ਰਹੇ, ਸਿੱਧਾ ਆਪਾਂ ਉਹਨੂੰ ਵੱਡੇ ਟ੍ਰੇਨਿੰਗ ਦੇ ਲੈਵਲ ਦਾ ਕਰਾਉਣਾ ਸ਼ੁਰੂ ਕਰ ਦੇਵਾਂਗੇ, ਤਾਂ ਉਹਦਾ ਅਸਰ ਕੀ ਹੋਣਾ ਹੈ ਕਿ ਬੱਚਾ ਜਿਹੜਾ ਉਹ ਸਹੀ ਢੰਗ ਨਾਲ ਫੋਲੋ ਨਹੀਂ ਕਰ ਪਾਏਗਾ, ਕਿਉਂਕਿ ਬੱਚੇ ਦਾ ਉਹਨਾਂ ਲੈਵਲ ਨਹੀਂ ਹੈ। ਉਹਦੇ ਲਈ ਸਾਨੂੰ ਕੀ ਹੈ, ਬੱਚੇ ਦੇ ਲੈਵਲ ਤੇ ਆਉਣਾ ਪਊਗਾ। ਪਹਿਲਾਂ ਦੇਖਣਾ ਪਊਗਾ ਕਿ ਬੱਚਾ ਕਿਸ ਲੈਵਲ ਤੋਂ ਸਿੱਖ ਸਕਦਾ ਹੈ, ਕਿਉਂਕਿ ਟੀਚਰ ਹੈ ਪਰਫੈਕਟ ਹੈ, ਉਹਨੂੰ ਹਰ ਲੈਵਲ ਤੋਂ ਉਹ ਸਿਖਾ ਸਕਦਾ ਹੈ। ਲੋ ਲੈਵਲ ਤੇ ਆ ਕੇ ਵੀ ਉਹਨੂੰ ਪਤਾ ਹੈ ਮੈਂ ਕਿਸ ਲੈਵਲ ਤੇ ਗੱਲ ਕਰਾਂ ਮੇਰੇ ਸਟੂਡੈਂਟ ਨੂੰ ਸਮਝ ਲੱਗ ਜਾਏ। ਹਾਈ ਲੈਵਲ ਤੇ ਵੀ ਉਹਨੂੰ ਪਤਾ ਹੈ ਕਿ ਜਿਹੜਾ ਬੱਚਾ ਮੇਰੇ ਕੋਲ ਪੜ੍ਹਿਆ ਲਿਖਿਆ ਆਂਦਾ ਹੈ ਉਹਨੂੰ ਮੈਂ ਕਿਸ ਲੈਵਲ ਤੋਂ ਸਮਝਾਵਾਂਗਾ ਤਾਂ ਉਹਨੇ ਸਮਝ ਜਾਣਾ ਹੈ। ਤੇ ਇਹ ਟੀਚਰ ਨੂੰ ਧਿਆਨ ਰੱਖਣਾ ਪੈਂਦਾ ਹੈ ਕਿ ਬੱਚਾ ਜਿਹੜਾ ਮੇਰੇ ਕੋਲ ਆ ਰਿਹਾ ਉਹਦਾ ਲੈਵਲ ਕੀ ਹੈ। ਉਸ ਤੋਂ ਬਾਅਦ ਅਗਲਾ ਪੁਆਇੰਟ ਆਂਦਾ ਹੈ ਅਬਾਊਟ ਟਾਈਮ। ਅਬਾਊਟ ਟਾਈਮ ਤੋਂ ਕੀ ਭਾਵ ਹੈ ਕਿ ਜਿਹੜਾ ਆਪਾਂ ਟੌਪਿਕ ਚੁਣਿਆ ਹੈ ਸਾਨੂੰ ਉਹਦਾ ਟਾਈਮ ਦਾ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਇਹ ਟੌਪਿਕ ਕਿੰਨੇ ਟਾਈਮ ਵਿੱਚ ਕਲੀਅਰ ਕਰਨਾ ਹੈ। ਆਪਾਂ ਕੋਈ ਜੌਬ ਸ਼ੁਰੂ ਕੀਤੀ ਹੈ, ਸਾਨੂੰ ਇਹ ਕਲੀਅਰ ਹੋਵੇ ਮੰਡੇ ਸ਼ੁਰੂ ਕੀਤੀ ਹੈ, ਫਰਾਈਡੇ ਆਪਾਂ ਇਹ ਜੌਬ ਜਮ੍ਹਾਂ ਕਰਾਣੀ ਹੈ। ਭਾਵ ਟਾਈਮ ਦੇ ਵਿੱਚ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿੰਨੇ ਟਾਈਮ ਵਿੱਚ ਆਪਾਂ ਇਹਨੂੰ ਕੰਪਲੀਟ ਕਰ ਲੈਣਾ ਹੈ। ਜੇ ਆਪਾਂ ਇਸ ਤਰ੍ਹਾਂ ਨਹੀਂ ਕਰਦੇ, ਸਪੋਜ਼ ਕਰੋ ਅਸੀਂ ਬੱਚੇ ਨੂੰ ਕੋਈ ਟਾਈਮ ਹੀ ਨਹੀਂ ਦਿੰਦੇ ਕਿ ਬੇਟਾ ਕਿੰਨੇ ਟਾਈਮ ਵਿੱਚ ਤੇਰਾ ਇਹ ਟੈਸਟ ਕੰਪਲੀਟ ਹੋ ਜਾਣਾ ਚਾਹੀਦਾ, ਕਿੰਨੇ ਟਾਈਮ ਵਿੱਚ ਤੇਰੀ ਜੌਬ ਕੰਪਲੀਟ ਹੋ ਜਾਣੀ ਚਾਹੀਦੀ ਹੈ, ਉਹਦੇ ਨਾਲ ਕੀ ਹੁੰਦਾ ਹੈ ਕਿ ਬੱਚੇ ਨੂੰ ਬਹੁਤ ਜ਼ਿਆਦਾ ਸਮਾਂ ਮਿਲ ਜਾਂਦਾ ਔਰ ਬੱਚੇ ਇੰਨੇ ਆਲਸੀ ਹੋ ਜਾਂਦੇ ਨੇ ਕਿ ਬੱਚੇ ਨੂੰ ਹੁੰਦਾ ਕਿ ਪਤਾ ਨਹੀਂ ਮੈਨੂੰ ਕਦੋਂ ਪੁੱਛਣਾ ਹੈ ਦੁਬਾਰਾ ਕਿ ਕੰਮ ਹੋ ਗਿਆ ਕਿ ਨਹੀਂ ਹੋਇਆ। ਉਹ ਉਸ ਹਿਸਾਬ ਨਾਲ ਜਿਹੜੇ ਬੱਚੇ ਕੰਮ ਤੋਂ ਉਕਤਾ ਵੀ ਜਾਂਦੇ ਆ। ਜਦੋਂ ਇੱਕੋ ਜੌਬ ਆਪਾਂ ਦੇਖ ਲਈਏ, ਇੱਕੋ ਹੀ ਕੰਮ ਅਸੀਂ ਕੋਈ ਜੌਬ ਸ਼ੁਰੂ ਕੀਤੀ ਹੈ, ਚਾਹੇ ਐਮਬਰਾਇਡਰੀ ਦੀ ਹੈ, ਚਾਹੇ ਸਿਵਿੰਗ ਟੈਕਨੋਲੋਜੀ ਦੀ ਹੈ, ਚਾਹੇ ਟੀਚਰ ਟ੍ਰੇਨਿੰਗ ਦੀ ਹੈ, ਆਪਾਂ ਜੌਬ ਸ਼ੁਰੂ ਕੀਤੀ, ਜੇ ਆਪਾਂ ਲਗਾਤਾਰ 20-25 ਦਿਨ ਉਸੇ ਜੌਬ ਨੂੰ ਲਟਕਾਈ ਰੱਖਿਆ, ਇੱਕ ਟਾਈਮ ਏਦਾਂ ਦਾ ਆ ਜਾਂਦਾ ਉਹ ਜੌਬ ਸਾਨੂੰ ਹੱਥ 'ਚ ਫੜੀ ਨਹੀਂ ਚੰਗੀ ਲੱਗਦੀ। ਕਾਰਨ ਕਿ ਬਹੁਤ ਲੰਬਾ ਟਾਈਮ ਹੋ ਗਿਆ ਜਿਹੜੇ ਸਟੂਡੈਂਟ ਆ ਉਸ ਚੀਜ਼ ਤੋਂ ਉਕਤਾ ਜਾਂਦੇ ਆ। ਇਸ ਕਰਕੇ ਸਕਸੈਸ ਟੀਚਿੰਗ 'ਚ ਇਸ ਚੀਜ਼ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਪਤਾ ਹੋਵੇ ਕਿ ਜਿਹੜਾ ਟੌਪਿਕ ਮੈਂ ਲਿਆ ਸਹੀ ਢੰਗ ਨਾਲ ਕਿੰਨੇ ਟਾਈਮ 'ਚ ਕੰਪਲੀਟ ਹੋਣਾ ਚਾਹੀਦਾ ਹੈ, ਤੇ ਫਿਰ ਆਪਾਂ ਉਹ ਕੰਪਲੀਟ ਕਰਨ ਦੀ ਕੋਸ਼ਿਸ਼ ਕਰੀਏ। ਉਸ ਤੋਂ ਬਾਅਦ ਅਗਲਾ ਇਹਦੇ 'ਚ ਪੁਆਇੰਟ ਆਉਂਦਾ ਹੈ ਕਿ opportunity ਫॉर ਸੈਲਫ ਐਕਸਪ੍ਰੈਸ਼ਨ, ਕਿ ਬੱਚਿਆਂ ਨੂੰ ਜਿਹੜਾ ਹੈ ਉਹ ਸਵੈ ਪ੍ਰਗਟਾ ਦਾ ਮੌਕਾ ਦੇਣਾ ਚਾਹੀਦਾ ਹੈ। ਸਵੈ ਪ੍ਰਗਟਾ ਤੋਂ ਭਾਵ ਕਿ ਜਦੋਂ ਆਪਾਂ ਟੀਚ ਕਰ ਰਹੇ ਹਾਂ, ਬੱਚਿਆਂ ਨੂੰ ਸਿਖਾ ਦਿੱਤਾ, ਬੱਚਿਆਂ ਨੇ ਉਸ ਚੀਜ਼ ਨੂੰ ਫੋਲੋ ਕੀਤਾ, ਫਿਰ ਅਸੀਂ ਕੀ ਕਰੀਏ ਕਿ ਬੱਚਿਆਂ ਨੂੰ ਮੌਕਾ ਦਈਏ ਕਿ ਬੇਟਾ ਹੁਣ ਤੁਸੀਂ ਦੱਸੋ ਕੀ ਸਿੱਖਿਆ ਹੈ। ਬੱਚੇ ਕਰਕੇ ਦੱਸਣ, ਆਪਣੇ ਆਪ ਨੂੰ ਪ੍ਰਗਟਾਉਣ ਤੋਂ ਭਾਵ ਕਿ ਆਪਣੇ ਆਪ ਨੂੰ ਦੱਸਣ ਕਿ ਅਸੀਂ ਇਹਦੇ ਵਿੱਚੋਂ ਇਹ ਸਿੱਖਿਆ, ਇਸ ਤਰ੍ਹਾਂ ਇਹ ਹੋ ਸਕਦਾ ਹੈ। ਉਸ ਤੋਂ ਬਾਅਦ ਹੈ ਇਨਕੋਰੇਜਮੈਂਟ ਇਨ ਟੀਚਰ। ਕੀ ਹੈ ਕਿ ਟੀਚਰ ਵਿੱਚ ਜਿਹੜਾ ਹੈ ਉਹ ਹਮਦਰਦੀ ਹੋਣੀ ਚਾਹੀਦੀ ਹੈ, ਭਰੋਸਾ ਹੋਣਾ ਚਾਹੀਦਾ ਹੈ ਕਿ ਇੰਨਾ ਕੁ ਟੀਚਰ 'ਚ ਪੇਸ਼ੈਂਸ ਹੋਣੀ ਚਾਹੀਦੀ ਹੈ ਕਿ ਟੀਚਰ ਨੂੰ ਪਤਾ ਹੈ ਕਿ ਬੱਚਾ ਜਿਹੜਾ ਨਵਾਂ ਆਇਆ ਉਹ ਇੱਕਦਮ ਨਹੀਂ ਸਿੱਖ ਜਾਂਦਾ, ਹੌਲੀ ਹੌਲੀ ਸਿੱਖਦਾ ਹੈ। ਤੇ ਹੌਲੀ ਹੌਲੀ ਸਿੱਖਣ ਲਈ ਟੀਚਰ ਨੂੰ ਪਤਾ ਹੈ ਕਿ ਜੇ ਮੈਂ ਅੱਜ ਇਹਨੂੰ ਡਰਾਫਟਿੰਗ ਕਰਾਈ ਹੈ ਤਾਂ ਅੱਜ ਮੈਂ ਦੁਬਾਰਾ ਜੇ ਇਹਨੂੰ ਕੋਸ਼ਿਸ਼ ਕਰਾਂਗਾ ਕਿ ਕਟਿੰਗ ਵੀ ਅੱਜ ਹੀ ਕਰਾ ਦੇਵਾਂ ਤਾਂ ਉਹਦੇ ਪੱਲੇ ਨਹੀਂ ਇਹ ਗੱਲ ਪੈਣੀ। ਕੀ ਹੈ ਕਿ ਉਹ ਸਟੈਪ ਵਾਈਜ਼ ਚੱਲੂਗਾ, ਧੀਰਜ ਨਾਲ ਚੱਲੂਗਾ, ਤਾਂ ਜਿਹੜੇ ਆ ਉਹ ਬੱਚੇ ਸਹੀ ਢੰਗ ਨਾਲ ਸਿੱਖ ਸਕਦੇ ਨੇ। ਉਸ ਤੋਂ ਬਾਅਦ ਸਾਡੇ ਟੀਚਿੰਗ ਸਟੈਪਸ 'ਚ ਆਉਂਦੇ ਨੇ ਕਿ ਅਸੀਂ ਕਿਸੇ ਬੱਚੇ ਨੂੰ ਸਕਿੱਲ ਕਰਨਾ ਹੈ ਤੇ ਉਹਦੇ ਜਿਹੜੇ ਹੈ ਜ਼ਰੂਰੀ ਤੱਤ ਕਿਹੜੇ ਹੁੰਦੇ ਆ। ਮੀਨਸ ਐਲੀਮੈਂਟ ਆਫ ਸਕਿੱਲ, ਕਿ ਕਿਸੇ ਬੱਚੇ ਨੂੰ ਆਪਾਂ ਕੁਸ਼ਲ ਕਾਰੀਗਰ ਬਣਾਉਣਾ ਹੈ, ਜਿਹਨੂੰ ਆਪਾਂ ਕਹਿੰਦੇ ਆ ਟੈਕਨੀਕਲ ਐਜੂਕੇਸ਼ਨ ਵਿੱਚ ਕਿ ਅਸੀਂ ਕਿਸੇ ਨੂੰ ਪਰਫੈਕਟ ਕਾਰੀਗਰ ਬਣਾਉਣਾ ਹੈ, ਤਾਂ ਉਹਦੇ ਲਈ ਕਿਹੜੇ ਤੱਤ ਜ਼ਰੂਰੀ ਹੈ। ਸਭ ਤੋਂ ਪਹਿਲਾਂ ਕੀ ਹੈ ਕਿ ਜਿਹੜੀ ਸਾਡੀ ਹੁਣ ਦੀ ਐਜੂਕੇਸ਼ਨ ਹੈ ਉਹ ਕੀ ਹੈ ਕਿ ਜਿਹਨੂੰ ਆਪਾਂ ਕਹਿੰਦੇ ਆ ਬਾਲ ਕੇਂਦਰਿਤ ਹੈ, ਬੱਚਿਆਂ ਤੇ ਆਧਾਰਿਤ ਹੈ। ਇਹਦੇ ਵਿੱਚ ਬੱਚਿਆਂ ਦੇ ਪੱਖ ਦਾ ਧਿਆਨ ਰੱਖਿਆ ਜਾਂਦਾ ਹੈ। ਆਪਾਂ ਦੇਖਦੇ ਹਾਂ ਜਦੋਂ ਆਪਾਂ ਟੀਚਿੰਗ ਵਿੱਚ ਹਰ ਜੌਬ ਕਰਵਾਉਂਦੇ ਆ ਉਹਦੇ ਵਿੱਚ ਆਪਾਂ ਬੱਚੇ ਦਾ ਪੱਖ ਦੇਖਦੇ ਹਾਂ ਕਿ ਬੱਚਾ ਨੂੰ ਜਿਹੜਾ ਆਪਾਂ ਕਰਾ ਰਹੇ ਹਾਂ ਉਹ ਕਿੱਥੋਂ ਤੱਕ ਇਹਦੇ ਲਈ ਫਾਇਦੇਮੰਦ ਹੈ। ਆਪਾਂ ਦੇਖਦੇ ਹਾਂ ਸਮੇਂ ਨਾਲ ਜਿਹੜਾ ਫੈਸ਼ਨ ਬਦਲਦਾ ਹੈ ਉਸ ਹਿਸਾਬ ਨਾਲ ਸਾਡੀ ਜੌਬ ਹੈ ਜਿਹੜੀ ਉਹ ਬਦਲ ਜਾਂਦੀ ਹੈ। ਉਸ ਹਿਸਾਬ ਨਾਲ ਅਸੀਂ ਜਿਹੜੀ ਚੀਜ਼ ਤਿਆਰ ਕਰਵਾਉਣੀ ਹੁੰਦੀ ਹੈ
ਜੇ ਅੰਬਰੇਲਾ ਬਾਂਹ ਦਾ ਫੈਸ਼ਨ ਆਇਆ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਕਲਾਸ 'ਚ ਜਿਹੜੀ ਤਿਆਰ ਕਰਵਾਣੀ ਹੈ ਉਹਦੇ ਵਿੱਚ ਅਸੀਂ ਅੰਬਰੇਲਾ ਬਾਂਹ ਲਗਾਈ ਜਾਏ, ਕਿਉਂਕਿ ਬੱਚਿਆਂ ਦਾ ਪੱਖ ਦੇਖਿਆ ਜਾਂਦਾ ਹੈ ਕਿ ਪ੍ਰੈਜ਼ੈਂਟ ਸਮੇਂ ਦੇ ਹਿਸਾਬ ਨਾਲ ਬੱਚੇ ਨੂੰ ਕੀ ਸਿੱਖਣਾ ਵਧੀਆ ਰਹੇਗਾ। ਤੇ ਐਲੀਮੈਂਟ ਆਫ ਸਕਿੱਲਸ ਜਿਹੜਾ ਪਹਿਲਾ ਤੱਤ ਹੈ ਉਹ ਆਂਦਾ ਹੈ ਗੋਲ। ਗੋਲ ਤੋਂ ਭਾਵ ਉਦੇਸ਼, ਸਾਡਾ ਟੀਚਾ। ਟੀਚਾ ਆਪਾਂ ਸਮਝਦੇ ਹਾਂ ਕੀ ਹੁੰਦਾ ਹੈ, ਕਿਸੇ ਕੰਮ ਨੂੰ ਕਰਨ ਦਾ ਜਿਹੜਾ ਮੇਨ ਮਕਸਦ। ਕਿਉਂਕਿ ਆਪਾਂ ਦੇਖਦੇ ਹਾਂ ਜ਼ਿੰਦਗੀ 'ਚ ਜੇ ਸਾਡਾ ਕੋਈ ਟੀਚਾ ਹੀ ਨਹੀਂ ਹੈ, ਸਾਡਾ ਕੋਈ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ, ਤਾਂ ਨਾ ਸਾਡੀ ਜ਼ਿੰਦਗੀ 'ਚ ਕੋਈ ਅਨੁਸ਼ਾਸਨ ਆਉਂਦਾ ਹੈ, ਨਾ ਹੀ ਆਪਾਂ ਮਿਹਨਤ ਕਰਦੇ ਹਾਂ। ਕਿਉਂਕਿ ਜੇ ਕੋਈ ਮਕਸਦ ਹੀ ਨਹੀਂ ਹੈ ਤਾਂ ਆਪਾਂ ਮਿਹਨਤ ਕਿਉਂ ਕਰਾਂਗੇ। ਇਸ ਕਰਕੇ ਜਿਹੜਾ ਸਭ ਤੋਂ ਪਹਿਲਾਂ ਹੈ ਉਹ ਟੀਚਾ ਮਿਥਿਆ ਜਾਂਦਾ ਹੈ ਕਿ ਜਦੋਂ ਆਪਾਂ ਕਿਸੇ ਨੇ ਨਿਪੁੰਨ ਕਾਰੀਗਰ ਬਣਨਾ ਹੈ, ਟੀਚਰ ਨੇ ਬਣਾਉਣਾ ਹੈ, ਤਾਂ ਉਹ ਪਹਿਲਾਂ ਇੱਕ ਗੋਲ ਮਿਥਿਆ ਜਾਂਦਾ ਹੈ, ਇੱਕ ਟੀਚਾ ਮਿਥਿਆ ਜਾਂਦਾ ਹੈ ਕਿ ਕਿਉਂਕਿ ਟੀਚਾ ਮਿੱਥੇ ਤੋਂ ਬਿਨਾਂ ਜਿਹੜੀ ਆ ਉਹ ਕਾਮਯਾਬੀ ਨਹੀਂ ਮਿਲ ਸਕਦੀ। ਜਦੋਂ ਆਪਾਂ ਟੀਚਾ ਮਿਥ ਲਿਆ, ਜਿਵੇਂ ਆਪਾਂ ਟ੍ਰੇਨਿੰਗ ਕਰਦੇ ਹਾਂ, ਆਪਾਂ ਇੱਕ ਗੋਲ ਮਿਥ ਲਿਆ ਕਿ ਮੈਂ ਟੀਚਰ ਬਣਨਾ ਹੈ ਜਾਂ ਮੈਂ ਵਧੀਆ ਡਿਜ਼ਾਈਨਰ ਬਣਨਾ ਹੈ ਜਾਂ ਮੈਂ ਕਿਸੇ ਇੰਡਸਟਰੀ 'ਚ ਜਾਣਾ ਹੈ, ਸਾਡੇ ਕੋਲ ਇੱਕ ਮਕਸਦ ਹੈ। ਸਾਡੀ ਮਿਹਨਤ ਕਰਨ ਦਾ ਇੱਕ ਮਕਸਦ ਹੈ ਕਿ ਜੇ ਆਪਾਂ ਮਿਹਨਤ ਕਰਨੀ ਹੈ ਤਾਂ ਕਿਹੜੇ ਮਕਸਦ ਨੂੰ ਲੈ ਕੇ ਕਰ ਰਹੇ ਹਾਂ, ਆਪਾਂ ਕੀ ਬਣਨਾ ਹੈ। ਜਦੋਂ ਆਪਾਂ ਕਲਾਸਾਂ ਜੁਆਇਨ ਕਰਦੇ ਹਾਂ ਤਾਂ ਹਰ ਇੱਕ ਦਾ ਜਿਹੜਾ ਗੋਲ ਆ ਉਹ ਵੱਖਰਾ ਵੱਖਰਾ ਹੁੰਦਾ ਹੈ। ਆਪਾਂ ਦੇਖਦੇ ਹਾਂ ਕੋਈ ਬੱਚਾ ਇਸ ਹਿਸਾਬ ਨਾਲ ਆਉਂਦਾ ਹੈ ਕਿ ਮੈਂ ਸੂਟ ਸਿੱਖਣੇ ਆ, ਉਹ ਸੂਟ ਵੱਲ ਜ਼ਿਆਦਾ ਸਟ੍ਰੈਸ ਨਾਲ ਸਿੱਖਦਾ ਹੈ। ਕਿਸੇ ਦਾ ਮਕਸਦ ਹੁੰਦਾ ਹੈ ਮੈਂ ਟੀਚਰ ਬਣਨਾ ਹੈ, ਉਹ ਟੀਚਿੰਗ ਦੇ ਹਿਸਾਬ ਨਾਲ ਉਸ ਚੀਜ਼ ਨੂੰ ਫੋਲੋ ਕਰਦਾ ਹੈ। ਇਸ ਕਰਕੇ ਫਸਟ ਆਫ ਆਲ ਜੇ ਆਪਾਂ ਵਧੀਆ ਟੀਚਰ ਹੈ ਔਰ ਵਧੀਆ ਕਾਰੀਗਰ ਤਿਆਰ ਕਰਨਾ ਚਾਹੁੰਦੇ ਆ ਤਾਂ ਪਹਿਲਾਂ ਇੱਕ ਗੋਲ ਮਿਥਿਆ ਜਾਂਦਾ ਹੈ, ਇੱਕ ਉਦੇਸ਼ ਮਿਥਿਆ ਜਾਂਦਾ ਹੈ। ਤੇ ਜਦੋਂ ਸਾਡਾ ਕੋਈ ਟੀਚਾ ਆਪਾਂ ਮਿਥ ਲਿਆ ਕਿ ਮੈਂ ਕੀ ਕਰਨਾ ਹੈ, ਉਸ ਤੋਂ ਬਾਅਦ ਆਉਂਦਾ ਹੀ ਹੈ ਉਹਦੀ ਪਲੈਨਿੰਗ। ਪਲੈਨਿੰਗ ਤੋਂ ਭਾਵ ਯੋਜਨਾਬੰਦੀ, ਕਿ ਤੁਸੀਂ ਬੱਚੇ ਨੂੰ ਦੱਸਿਆ ਕਿ ਬੱਚੇ ਇਸ ਹਫਤੇ ਦਾ ਤੇਰਾ ਇਹ ਗੋਲ ਹੈ, ਫਿਰ ਉਹਦੇ ਅਕੋਰਡਿੰਗ ਪਲੈਨਿੰਗ ਆਉਂਦੀ ਹੈ ਕਿ ਉਹਦੇ ਵਿੱਚ ਅਸੀਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਅਸੀਂ ਉਹਦੀ ਪੂਰੀ ਯੋਜਨਾ ਬਣਾ ਲੈਂਦੇ ਹਾਂ। ਯੋਜਨਾ ਵਿੱਚ ਆਪਾਂ ਕੀ ਕੀ ਸ਼ਾਮਿਲ ਕਰਦੇ ਹਾਂ, ਕੋਈ ਆਪਾਂ ਗੋਲ ਮਿਥਿਆ ਹੈ ਉਹਦੇ 'ਚ ਕੀ ਤਿਆਰ ਕਰਨਾ ਹੈ, ਉਹਦੇ ਵਿੱਚ ਸਾਡੇ ਉਸ ਚੀਜ਼ ਤੱਕ ਪਹੁੰਚਣ ਲਈ ਸਮਾਨ ਸਾਨੂੰ ਕਿਹੜਾ ਕਿਹੜਾ ਚਾਹੀਦਾ ਹੈ। ਜਿਵੇਂ ਇੱਕ ਵੀਕ ਦਾ ਗੋਲ ਹੈ ਕਿ ਆਪਾਂ ਫਰੋਕ ਤਿਆਰ ਕਰਨੀ ਹੈ, ਤੇ ਉਹਦੇ ਲਈ ਸਾਨੂੰ ਸਮਾਨ ਕਿਹੜਾ ਚਾਹੀਦਾ ਹੈ, ਸਹੂਲਤਾਂ ਕਿਹੜੀਆਂ ਚਾਹੀਦੀਆਂ ਹੈ, ਵਾਤਾਵਰਨ, ਟਾਈਮ ਕਿੰਨਾ ਚਾਹੀਦਾ ਹੈ। ਫਿਰ ਅਸੀਂ ਉਹਦੀ ਜਿਹੜੀ ਪਲੈਨਿੰਗ ਹੈ ਉਹਦੇ ਵਿੱਚ ਇਸ ਸਾਰੇ ਕੁਝ ਦਾ ਖਿਆਲ ਰੱਖਾਂਗੇ ਕਿ ਕਿਹੜੀ ਕਿਹੜੀ ਕੀ ਚੀਜ਼ ਸਾਨੂੰ ਇਹਦੇ ਦੇ ਅਕੋਰਡਿੰਗ ਚਾਹੀਦੀ ਹੈ। ਉਸ ਤੋਂ ਬਾਅਦ ਐਲੀਮੈਂਟ ਆਫ ਸਕਿੱਲ, ਜਿਹੜਾ ਕੁਸ਼ਲਤਾ ਦਾ ਜ਼ਰੂਰੀ ਤੱਤ ਹੈ, ਉਹ ਹੈਗੀ ਹੈ ਸਾਡਾ ਇੰਟਰਸਟ। ਹੁਣ ਜੇ ਅਸੀਂ ਟੀਚਾ ਵੀ ਮਿਥ ਲਿਆ, ਪਲੈਨਿੰਗ ਵੀ ਕਰ ਲਈ, ਪਰ ਜੋ ਆਪਾਂ ਟੀਚਾ ਮਿਥਿਆ ਪਲੈਨਿੰਗ ਕਰ ਵੀ ਲਈ, ਪਰ ਜੋ ਟੀਚਾ ਮਿਥਿਆ ਹੈ ਉਹਦੇ 'ਚ ਸਾਡਾ ਇੰਟਰਸਟ ਹੀ ਨਹੀਂ ਹੈ। ਕਈ ਵਾਰ ਇਦਾਂ ਹੁੰਦਾ ਕਿ ਬੱਚੇ ਅੱਗੇ ਗ੍ਰੈਜੂਏਸ਼ਨ ਕਰਨਾ ਚਾਹੁੰਦੇ ਹੁੰਦੇ, ITI 'ਚ ਐਡਮਿਸ਼ਨ ਲੈ ਲਈ, ਲਾਈਕ ਹੈ ਬੱਚਾ, ਬਟ ਉਹ ਇੰਟਰਸਟ ਨਹੀਂ ਲੈ ਰਿਹਾ। ਕਿਉਂਕਿ ਉਹਦਾ ਇੰਟਰਸਟ ਨਹੀਂ ਹੈ ਉੱਧਰ। ਇਸ ਕਰਕੇ ਉਸ ਤੋਂ ਅਗਲਾ ਤੱਤ ਹੁੰਦਾ ਹੈ ਕਿ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਉਹਦੇ ਵਿੱਚ ਜਿਹੜਾ ਸਾਡਾ ਇੰਟਰਸਟ ਹੋਣਾ ਚਾਹੀਦਾ। ਇੰਟਰਸਟ ਤੋਂ ਬਾਅਦ ਆਂਦਾ ਮੈਨੇਜਮੈਂਟ। ਜਦੋਂ ਮੈਨੇਜਮੈਂਟ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰਬੰਧਕਾਰੀ, ਕਿ ਜਿੱਥੇ ਆਪਾਂ ਕੰਮ ਕਰ ਰਹੇ ਹਾਂ, ਕਿ ਮੈਨੇਜਮੈਂਟ ਤੋਂ ਬਿਨਾਂ ਵੀ ਕੀ ਹੁੰਦਾ ਕਿ ਜੇ ਮੈਨੇਜਮੈਂਟ ਸਹੀ ਨਹੀਂ ਹੈ ਤਾਂ ਜਿਹੜਾ ਸਾਰਾ ਕੰਮ ਹੈ ਜਿਹਨੂੰ ਆਪਾਂ ਕਹਿੰਦੇ ਆ ਉਥਲ ਪੁਥਲ ਹੋ ਜਾਂਦੀ ਹੈ, ਕਿ ਸਹੀ ਤਰ੍ਹਾਂ ਮੈਨੇਜ ਆਪਾਂ ਨਹੀਂ ਕਰ ਸਕਦੇ ਕਿ ਕਿਸ ਤਰ੍ਹਾਂ ਅਸੀਂ ਕਰਨਾ ਹੈ। ਤੇ ਜੇ ਮੈਨੇਜਮੈਂਟ ਸਹੀ ਨਹੀਂ, ਅਸੀਂ ਸਹੀ ਢੰਗ ਨਾਲ ਉਹਨੂੰ ਮੈਨੇਜ ਨਹੀਂ ਕਰ ਸਕੇ ਤਾਂ ਉਹਦੇ ਨਾਲ ਕੀ ਹੈ, ਸਾਡਾ ਟਾਈਮ ਵੀ ਖਰਾਬ ਹੁੰਦਾ ਹੈ, ਜਿਹੜਾ ਸਮਾਨ ਆਪਾਂ ਰੱਖਿਆ ਉਹ ਵੀ ਵਿਅਰਥ ਜਾਂਦਾ ਹੈ। ਕਿਉਂਕਿ ਜਿਹੜੀ ਹੈ ਮੈਨੇਜਮੈਂਟ ਹੀ ਹੈ ਜਿਹੜੀ ਉਹ ਸਾਨੂੰ ਉਚਿਤ ਥਾਂ, ਉਚਿਤ ਵਾਤਾਵਰਨ, ਸਾਰਾ ਕੁਝ ਜਿਹੜੀ ਸਾਨੂੰ ਪ੍ਰਦਾਨ ਕਰਦੀ ਹੈ ਕਿ ਸਾਨੂੰ ਟ੍ਰੇਨਿੰਗ ਲਈ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਜ਼ਰੂਰੀ ਲੋੜ ਹੈ। ਉਸ ਤੋਂ ਬਾਅਦ ਆਉਂਦੇ ਐਲੀਮੈਂਟ ਸਕਿੱਲ 'ਚ ਨੌਲੇਜ ਲੈਵਲ, ਕਿ ਬੱਚੇ ਦਾ ਨੌਲੇਜ ਲੈਵਲ ਕੀ ਹੈ। ਨੌਲੇਜ ਲੈਵਲ ਦਾ ਪਤਾ ਕਿੱਥੋਂ ਲੱਗਦਾ ਹੈ? ਜਦੋਂ ਬੱਚਾ ਸਾਡੇ ਕੋਲ ਆਇਆ ਕਲਾਸ 'ਚ, ਕਿ ਕਿਸ ਹੱਦ ਤੱਕ ਉਹ ਕਿਸੇ ਗੱਲ ਨੂੰ ਫੋਲੋ ਕਰਦਾ ਹੈ, ਉਹਦਾ ਜਿਹਨੂੰ ਆਪਾਂ ਕਹਿੰਦੇ ਆ ਗਿਆਨ ਦਾ ਪੱਧਰ ਕੀ ਹੈ। ਆਪਾਂ ਦੇਖਦੇ ਆ ਪੜ੍ਹਾਉਂਦੇ ਸਮੇਂ ਬੱਚੇ ਦੇ ਬੋਲਣ ਤੋਂ, ਉਹਦੀ ਕੁਐਸਚਨਿੰਗ ਤੋਂ ਪਤਾ ਲੱਗ ਜਾਂਦਾ ਹੈ ਕਿ ਉਹ ਕਿਸ ਲੈਵਲ ਤੇ ਸਮਝ ਰਿਹਾ ਹੈ, ਕਿਸ ਲੈਵਲ ਤੱਕ ਉਹ ਗੱਲ ਨੂੰ ਫੋਲੋ ਕਰਦਾ ਹੈ।
ਫਿਰ ਕੀ ਹੈ, ਜਿਹੜੇ ਆਪਾਂ ਪੜ੍ਹਾ ਰਹੇ ਹਾਂ ਉਹਦੇ ਹਿਸਾਬ ਨਾਲ ਉਹਦੇ ਲੈਵਲ ਨੂੰ ਧਿਆਨ 'ਚ ਰੱਖਣਾ ਪੈਂਦਾ ਹੈ ਕਿ ਉਸ ਲੈਵਲ ਦੀ ਗੱਲ ਕੀਤੀ ਜਾਏ ਜਿਹੜੀ ਉਹਦੇ ਸਮਝ ਵਿੱਚ ਆ ਜਾਏ। ਉਸ ਤੋਂ ਬਾਅਦ ਹੈ ਡਾਇਰੈਕਸ਼ਨ। ਐਲੀਮੈਂਟ ਆਫ ਸਕਿੱਲ 'ਚ ਡਾਇਰੈਕਸ਼ਨ ਦੀ ਕੀ ਮਹੱਤਤਾ ਹੈ ਕਿ ਜੇ ਆਪਾਂ ਕਿਸੇ ਹੁਨਰ ਨੂੰ ਸਹੀ ਢੰਗ ਨਾਲ ਸਿੱਖਣਾ ਚਾਹੁੰਦੇ ਹਾਂ ਤਾਂ ਉਹਦੇ ਵਿੱਚ ਕੀ ਹੈ, ਠੀਕ ਢੰਗ ਨਾਲ ਕਰਨ ਲਈ ਉਹਦੀ ਟੀਚਰ ਨੇ ਅਗਵਾਈ ਕਿਸ ਤਰ੍ਹਾਂ ਕਰਨੀ ਹੁੰਦੀ ਹੈ, ਬੱਚੇ ਨੂੰ ਦੱਸਣਾ ਹੁੰਦਾ ਹੈ ਕਿ ਇਹ ਕੰਮ ਕਦੋਂ ਸ਼ੁਰੂ ਕਰਨਾ ਹੈ, ਕਦੋਂ ਖਤਮ ਕਰਨਾ ਹੈ। ਕੰਮ ਕਰਦੇ ਵੇਲੇ ਜੇ ਕੋਈ ਕਦਮ ਗਲਤ ਚੁੱਕਿਆ ਜਾਂਦਾ ਹੈ, ਕੋਈ ਕੰਮ ਠੀਕ ਤਰ੍ਹਾਂ ਨਹੀਂ ਹੁੰਦਾ ਤਾਂ ਟੀਚਰ ਨੇ ਕੀ ਕਰਨਾ ਹੁੰਦਾ ਹੈ, ਉਹਨੂੰ ਠੀਕ ਕਰਕੇ ਦੱਸਣਾ ਹੁੰਦਾ ਹੈ ਕਿ ਬੇਟੇ ਇਹਨੂੰ ਇਸ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ, ਕਿ ਬੱਚੇ ਦੇ ਕੰਮ ਨੂੰ ਜਿਹੜੀ ਹੈ ਉਹ ਸਹੀ ਡਾਇਰੈਕਸ਼ਨ ਦੇਣੀ ਹੈ, ਸਹੀ ਦਿਸ਼ਾ ਦੇਣੀ ਹੈ ਕਿ ਬੱਚਾ ਜਿਹੜਾ ਉਹ ਆਪਣੇ ਗੋਲ ਨੂੰ ਅਚੀਵ ਕਰ ਸਕੇ। ਡਾਇਰੈਕਸ਼ਨ ਤੋਂ ਬਾਅਦ ਅੱਗੇ ਆਂਦੀ ਹੈ ਮੋਟੀਵੇਸ਼ਨ। ਮੋਟੀਵੇਸ਼ਨ ਜਿਵੇਂ ਅਸੀਂ ਪਹਿਲਾਂ ਵੀ ਕੀਤਾ ਹੈ ਕਿ ਬੱਚੇ ਨੂੰ ਪ੍ਰੇਰਿਤ ਕਰਨਾ ਕਿ ਕਿਵੇਂ ਅਸੀਂ ਉਹ ਕੰਮ ਨੂੰ ਸਹੀ ਢੰਗ ਨਾਲ ਨਿਪਰੇ ਚੜਾਉਣਾ ਹੈ। ਉਸ ਤੋਂ ਬਾਅਦ ਆਂਦੀ ਹੈ ਕੋਆਰਡੀਨੇਸ਼ਨ। ਕੋਆਰਡੀਨੇਸ਼ਨ ਤੋਂ ਭਾਵ ਤਾਲਮੇਲ। ਤਾਲਮੇਲ ਆਪਾਂ ਕਿੱਦਾਂ ਰੱਖਣਾ ਕਿ ਸਾਰੀਆਂ ਕਿਰਿਆਵਾਂ ਜਿਹੜਾ ਆਪਾਂ ਗੋਲ ਫਿਕਸ ਕੀਤਾ ਹੈ, ਸਾਰੀਆਂ ਕਿਰਿਆਵਾਂ ਤੋਂ ਭਾਵ ਜੋ ਕੁਝ ਵੀ ਅਸੀਂ ਉਸ ਗੋਲ ਨੂੰ ਅਚੀਵ ਕਰਨ ਲਈ ਕਰਨਾ ਹੈ ਉਹਨਾਂ ਵਿੱਚ ਪੂਰਾ ਤਾਲਮੇਲ ਹੋਣਾ ਚਾਹੀਦਾ ਹੈ। ਕਿ ਜਿਹੜਾ ਤਾਲਮੇਲ ਤੋਂ ਭਾਵ ਜਿੱਦਾਂ ਆਪਾਂ ਬੈਲੈਂਸ ਹੋਣਾ ਚਾਹੀਦਾ ਹੈ ਸਾਰਾ, ਕਿ ਟਾਈਮ ਕਿੰਨਾ ਹੈ। ਇਹ ਨਹੀਂ ਕਿ ਜਿਹੜੀ ਜੌਬ ਹੈ ਉਹ 2 ਘੰਟੇ ਦੀ ਹੋਵੇ ਤਾਂ ਅਸੀਂ ਉਹਨੂੰ ਟਾਈਮ 8 ਘੰਟੇ ਦੇ ਰਹੀ ਹੋਈਏ, ਕਿ ਸਾਰਾ ਕੁਝ ਅਸੀਂ ਸਮਾਂ ਕਿੰਨਾ ਚੁਣਨਾ ਹੈ, ਕਿਹੜਾ ਕਿਹੜਾ ਅਸੀਂ ਮਟੀਰੀਅਲ ਚੁਣਨਾ ਹੈ, ਮਤਲਬ ਹਰ ਚੀਜ਼ ਦਾ ਜਿਹੜਾ ਉਹ ਸਹੀ ਤਾਲਮੇਲ ਹੈ, ਜਿਹੜਾ ਉਹ ਹੈ ਸਹੀ ਤਾਲਮੇਲ ਰੱਖਾਂਗੇ ਤਾਂ ਅਸੀਂ ਆਪਣੇ ਗੋਲ ਤੱਕ ਪਹੁੰਚ ਸਕਦੇ ਹਾਂ। ਉਸ ਤੋਂ ਬਾਅਦ ਆ ਜਾਂਦਾ ਹੈ ਐਲੀਮੈਂਟ ਆਫ ਸਕਿੱਲ 'ਚ opportunity for co-expression, ਭਾਵ ਸਹਿ ਪ੍ਰਗਟਾ ਦਾ ਮੌਕਾ। ਸਹਿ ਪ੍ਰਗਟਾ ਦਾ ਮੌਕਾ ਕੀ ਹੈ ਕਿ ਜੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੁਨਰ ਹੈ ਉਹਦਾ ਮਕਸਦ ਕੀ ਹੁੰਦਾ ਹੈ ਕਿ ਸਭ ਤੋਂ ਅੱਪਰ ਕੁਆਲਿਟੀ ਜਿਹਨੂੰ ਅਸੀਂ ਕਹਿੰਦੇ ਆ ਉੱਚੀ ਪ੍ਰਕਾਰ ਦੇ ਹੁਨਰ ਦਾ ਪ੍ਰਗਟਾ ਕਰਨਾ। ਤੇ ਵਿਦਿਆਰਥੀ ਨੂੰ ਕੀ ਹੈ ਆਪਣੇ ਆਪ ਨੂੰ ਪ੍ਰਗਟਾ ਦਾ ਮੌਕਾ ਦੇਣਾ ਚਾਹੀਦਾ ਹੈ, ਭਾਵ ਜੋ ਬੱਚਾ ਕਰ ਰਿਹਾ ਹੈ, ਜੋ ਅਸੀਂ ਉਹਨੂੰ ਸਿਖਾ ਰਹੇ ਹਾਂ, ਦੁਬਾਰਾ ਉਹਨੂੰ ਮੌਕਾ ਦੇਣਾ ਚਾਹੀਦਾ ਹੈ ਕਿ ਬੱਚੇ ਤੂੰ ਆ ਕੇ ਕਰਕੇ ਦੱਸ। ਫਿਰ ਜਦੋਂ ਉਹ ਬੱਚਾ ਕਰਕੇ ਦੇਖਦਾ ਹੈ, ਕਰਕੇ ਦੱਸਦਾ ਹੈ, ਉਹਦੇ ਨਾਲ ਕੀ ਹੈ ਉਹਦੇ 'ਚ ਉਤਸ਼ਾਹ ਵੱਧਦਾ ਹੈ, ਵਧੀਆ ਢੰਗ ਨਾਲ ਉਹ ਉਸ ਲੈਸਨ ਨੂੰ ਸਿੱਖਦਾ ਹੈ, ਅਚੀਵ ਕਰਦਾ ਹੈ। ਉਸ ਤੋਂ ਬਾਅਦ ਅਗਲਾ ਆਂਦਾ ਹੈ ਅਧਿਆਪਕ ਦਾ, ਜਿਹਨੂੰ ਆਪਾਂ ਕਹਿੰਦੇ ਆ ਟੀਚਰ ਪੇਸ਼ੈਂਸ, ਕਿ ਅਧਿਆਪਕ ਦਾ ਧੀਰਜ। ਕੀ ਹੈ ਕਿ ਅਧਿਆਪਕ ਵਿੱਚ ਇੱਕਦਮ ਉਤਾਵਲਾਪਣ ਨਹੀਂ ਹੋਣਾ ਚਾਹੀਦਾ ਕਿ ਮੈਂ ਹੁਣੇ ਦੱਸਿਆ ਸਮਝ ਕਿਉਂ ਨਹੀਂ ਲੱਗੀ ਤੈਨੂੰ। ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਅਧਿਆਪਕ ਇੱਕਦਮ ਉਤਾਵਲੇਪਨ 'ਚ ਬੱਚੇ ਨਾਲ ਟਰੀਟ ਕਰਦਾ ਹੈ, ਇੱਕ ਵਾਰ ਸਮਝਾਇਆ, ਦੂਜੀ ਵਾਰ ਬੱਚਾ ਪੁੱਛਣ ਗਿਆ ਤੇ ਜਦੋਂ ਅਧਿਆਪਕ ਗੁੱਸੇ 'ਚ ਪੇਸ਼ ਆਉਂਦਾ ਹੈ ਉਹਦੇ ਨਾਲ ਕੀ ਹੈ ਕਿ ਤੀਜੀ ਵਾਰ ਬੱਚਾ ਫਿਰ ਪੁੱਛਣ ਉੱਠਦਾ ਨਹੀਂ, ਕਿਉਂਕਿ ਬੱਚਾ ਸਮਝ ਜਾਂਦਾ ਹੈ ਕਿ ਜੇ ਮੈਂ ਪੁੱਛਿਆ ਤਾਂ ਟੀਚਰ ਨੇ ਮੈਨੂੰ ਗੁੱਸੇ ਹੋਣਾ ਹੈ। ਇੱਥੇ ਲੋੜ ਕਿਸ ਚੀਜ਼ ਦੀ ਹੁੰਦੀ ਹੈ ਕਿ ਟੀਚਰ ਵਿੱਚ ਇੰਨੀ ਕੁ ਪੇਸ਼ੈਂਸ ਹੋਵੇ, ਉਹਨੂੰ ਪਤਾ ਹੋਵੇ ਕਿ 1-2 ਵਾਰ ਸਟੂਡੈਂਟ ਤੋਂ ਗਲਤੀ ਹੋ ਸਕਦੀ ਹੈ। ਉਹ ਬਾਰ-ਬਾਰ ਹੈ ਜਿਹੜਾ ਬੱਚੇ ਨੂੰ ਉਸੇ ਧੀਰਜ ਨਾਲ, ਉਸੇ ਹਮਦਰਦੀ ਨਾਲ ਸਮਝਾਵੇ ਕਿ ਹਾਂ ਬੱਚਾ ਅੱਗੇ ਦੱਸੋ ਕਿੱਥੇ ਗਲਤੀ ਹੋਈ ਹੈ, ਲਿਆਓ ਦੁਬਾਰਾ ਇਹਨੂੰ ਠੀਕ ਕਰੀਏ। ਉਹਦੇ ਨਾਲ ਕੀ ਫਰਕ ਪੈਣਾ ਕਿ ਬੱਚੇ ਆ ਜਿਹੜੇ ਉਹ ਬਾਰ-ਬਾਰ ਪੁੱਛਣ ਲਈ ਵੀ ਉੱਠਣਗੇ ਔਰ ਵਧੀਆ ਢੰਗ ਨਾਲ ਸਿੱਖਣਗੇ। ਉਸ ਤੋਂ ਬਾਅਦ ਅਗਲਾ ਆਂਦਾ ਹੈ ਸਾਡੇ ਕੁਸ਼ਲਤਾ ਦੇ ਤੱਤ ਵਿੱਚ ਬਜਟਿੰਗ। ਬਜਟਿੰਗ ਤੋਂ ਭਾਵ ਬਜਟ ਬਣਾਉਣਾ। ਜਿਵੇਂ ਕਿ ਸਾਡੇ ਕੋਲੋਂ ਪਹਿਲਾਂ ਮਟੀਰੀਅਲ ਦੀ ਡਿਮਾਂਡ ਕੀਤੀ ਜਾਂਦੀ ਹੈ ਕਿ ਮਟੀਰੀਅਲ ਕਿਹੜਾ ਚਾਹੀਦਾ ਹੈ। ਟੀਚਰ ਨੇ ਕੀ ਕਰਨਾ ਹੁੰਦਾ ਹੈ ਕਿ ਹਰ ਕੰਮ ਹੈ ਜਿਹੜਾ ਜੋ ਆਪਾਂ ਕਲਾਸ 'ਚ ਕਰਾਉਣਾ ਹੈ ਉਹਦੀ ਇੰਪੋਰਟੈਂਸ ਨੂੰ ਦੇਖਦੇ ਆ ਕਿ ਉਹ ਕੰਮ ਕਿੰਨਾ ਕੁ ਮਹੱਤਵਪੂਰਨ ਹੈ। ਉਹਦੀ ਇੰਪੋਰਟੈਂਸ ਨੂੰ ਦੇਖਦਿਆਂ ਹੋਇਆ ਕੀ ਹੈ ਉਹਦੇ ਲਈ ਜਿਹੜਾ ਖਰਚਾ ਹੈ, ਉਹਦੇ ਲਈ ਜਿਹੜੀ ਰਕਮ ਹੈ ਉਹ ਨਿਸ਼ਚਿਤ ਕਰਨੀ ਹੁੰਦੀ ਹੈ ਕਿ ਕਿਹੜੀ ਚੀਜ਼ ਜ਼ਿਆਦਾ ਇੰਪੋਰਟੈਂਟ ਹੈ, ਉਹਦੇ ਲਈ ਮੈਨੂੰ ਕਿੰਨੀ ਰਕਮ ਦੀ ਲੋੜ ਹੈ, ਉਹਦੇ ਲਈ ਮੈਂ ਜਿਹੜੀ ਘੱਟ ਇੰਪੋਰਟੈਂਟ ਹੈ ਉਹਦੇ 'ਚ ਮੈਂ ਕਿੱਦਾਂ ਸਾਰ ਸਕਦਾ ਹੈ। ਇਹ ਸਾਰਾ ਕੁਝ ਜਿਹੜਾ ਹੈਗਾ ਉਹ ਸਾਡੀ ਬਜਟਿੰਗ ਵਿੱਚ ਆ ਜਾਂਦਾ ਹੈ ਕਿ ਕਿਸ ਤਰ੍ਹਾਂ ਦੀ ਆਪਾਂ ਬਜਟਿੰਗ ਕਰ ਰਹੇ ਹਾਂ, ਕਿ ਕਿਸ ਤਰ੍ਹਾਂ ਦਾ ਬਜਟ ਬਣਾ ਰਹੇ ਹਾਂ ਆਪਣੀ ਕਲਾਸ ਨੂੰ ਚਲਾਉਣ ਵਾਸਤੇ। ਹੋਰ ਐਲੀਮੈਂਟ ਆਫ ਸਕਿੱਲਸ ਕੀ ਹੈ ਕਿ ਫਿਜ਼ੀਕਲ ਐਂਡ ਮੈਂਟਲ ਹੀਲਿੰਗ।
ਭਾਵ ਫਿਜ਼ੀਕਲੀ ਵੀ ਜਿਹੜਾ ਬੰਦਾ ਸਿਖਾ ਰਿਹਾ ਹੈ ਔਰ ਸਿੱਖ ਰਿਹਾ ਹੈ ਉਹ ਫਿਜ਼ੀਕਲੀ ਵੀ ਫਿੱਟ ਹੋਣਾ ਚਾਹੀਦਾ ਹੈ। ਇੱਕ ਬਿਮਾਰ ਬੰਦਾ, ਜਿਵੇਂ ਇੱਕ ਫਿੱਟ ਬੰਦਾ ਸਿਖਾਉਂਦਾ ਹੈ, ਬਿਮਾਰ ਬੰਦੇ ਦੀ ਪਰਫਾਰਮੇਸ਼ਨ ਉਦਾਂ ਦੀ ਨਹੀਂ ਜਾ ਸਕਦੀ। ਆਪਾਂ ਦੇਖਦੇ ਹਾਂ ਬਿਮਾਰ ਬੰਦਾ ਹੈ, ਉਹਦੇ ਬੋਲਣ ਦੇ ਢੰਗ 'ਚ, ਉਹਦੇ ਬੈਠਣ ਦੇ ਢੰਗ 'ਚ, ਸਮਝਾਉਣ ਦੇ ਢੰਗ 'ਚ ਫਰਕ ਹੋਊਗਾ। ਫਿਰ ਜਿਹੜਾ ਮਾਨਸਿਕ ਤੌਰ ਤੇ ਹੈ ਉਹ ਵੀ ਫਿੱਟ ਹੋਣਾ ਚਾਹੀਦਾ ਹੈ, ਭਾਵ ਉਹ ਕੋਈ ਮਾਨਸਿਕ ਰੋਗੀ ਜਾਂ ਉਹਨੂੰ ਕੋਈ ਇਸ ਤਰ੍ਹਾਂ ਦੀ ਮਾਨਸਿਕ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਕਿ ਉਹ ਕਲਾਸ 'ਚ ਬੈਠ ਕੇ ਆਪਣੇ ਘਰੇਲੂ ਲਾਈਫ ਬਾਰੇ ਜਾਂ ਆਪਣੀ ਮਾਨਸਿਕ ਤੌਰ ਤੇ ਉਹ ਸੋਚਦਾ ਰਵੇ, ਬੱਚੇ ਅੱਗੇ ਬੈਠੇ ਹੋਣ, ਉਹਦਾ ਧਿਆਨ ਬੱਚਿਆਂ ਵਿੱਚ ਨਾ ਹੋਵੇ। ਭਾਵ ਮੈਂਟਲੀ ਵੀ ਜਿਹੜਾ ਹੈ ਉਹ ਫਿੱਟ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਅਗਲੀ ਆਂਦੀ ਹੈ ਪ੍ਰਯੋਗਾਤਮਕਤਾ। ਠੀਕ ਹੈ, ਉਹਦੇ ਵਿੱਚ ਕੀ ਆਂਦਾ ਹੈ, ਜਿਹਨੂੰ ਕਹਿੰਦੇ ਆਪਾਂ ਯੋਗਿਸਿਟੀ। ਉਹਦੇ ਨਾਲ ਕੀ ਹੈ ਕਿ ਜਿੱਦਾਂ ਸਾਡੀਆਂ ਸਮਾਜ ਦੀਆਂ ਲੋੜਾਂ ਬਦਲਦੀਆਂ ਜਾਂਦੀਆਂ ਹੈ। ਅੱਜ ਸਮਾਜ 'ਚ ਜਿਹੜਾ ਫੈਸ਼ਨ ਹੈ ਉਹ ਹੋਰ ਤਰ੍ਹਾਂ ਦਾ ਹੈ, ਅੱਗੇ ਫੈਸ਼ਨ ਬਦਲ ਗਿਆ। ਉਹਦੇ ਨਾਲ ਕੀ ਹੈ ਕਿ ਸਾਨੂੰ ਫੈਸ਼ਨ ਦੇ ਅਕੋਰਡਿੰਗ, ਟਾਈਮ ਦੇ ਅਕੋਰਡਿੰਗ ਨਵੇਂ ਜਿਹੜੇ ਹੈ ਉਹ ਹੁਨਰ ਸਿੱਖਣੇ ਚਾਹੀਦੇ ਹੈ। ਇਹ ਨਹੀਂ ਕਿ ਅਸੀਂ ਜੋ ਪਹਿਲਾਂ ਸਿੱਖਿਆ ਅਸੀਂ ਉਹੀ ਲੈ ਕੇ ਬੈਠੇ ਰਹੀਏ ਕਿ ਮੈਂ ਤਾਂ ਜੀ ਜਦੋਂ ITI ਕੀਤੀ ਸੀ ਉਦੋਂ ਇਹ ਡਰਾਫਟਿੰਗ ਇਸ ਤਰ੍ਹਾਂ ਹੁੰਦੀ ਸੀ, ਸਾਨੂੰ ਇਸ ਤਰ੍ਹਾਂ ਕਰਾਇਆ ਹੈ। ਪਰ ਨਹੀਂ, ਸਮਾਂ ਬਦਲ ਗਿਆ, ਉਹਦੇ ਹਿਸਾਬ ਨਾਲ ਸਾਨੂੰ ਬਦਲਣਾ ਪਏਗਾ। ਸਮੇਂ ਦੀ ਜੋ ਡਿਮਾਂਡ ਹੈ ਉਸ ਹਿਸਾਬ ਨਾਲ ਆਪਾਂ ਬਦਲ ਕੇ ਜਦੋਂ ਚੱਲਾਂਗੇ ਤਾਂ ਉਹਦੇ ਨਾਲ ਵੀ ਅਸੀਂ ਵਧੀਆ ਕਾਰੀਗਰ ਹੈ ਜਿਹੜਾ ਉਹ ਤਿਆਰ ਕਰ ਸਕਦੇ ਹਾਂ, ਬੱਚੇ ਨੂੰ ਵਧੀਆ ਢੰਗ ਨਾਲ ਸਿਖਾ ਸਕਦੇ ਹਾਂ। ਉਸ ਤੋਂ ਬਾਅਦ ਜਿਹੜਾ ਇੱਕ ਤੱਤ ਇਫੈਕਟ ਕਰਦਾ ਹੈ ਸਕਿੱਲ ਨੂੰ, ਉਹ ਹੈਗੀ ਹੈ ਏਜ। ਏਜ ਤੋਂ ਕੀ ਫਰਕ ਪੈਂਦਾ ਹੈ ਕਿ ਜਿਸ ਕਲਾਸ ਨੂੰ ਆਪਾਂ ਸਿਖਾ ਰਹੇ ਹਾਂ ਉਸ ਕਲਾਸ ਦੇ ਜਿਹੜੇ ਸਟੂਡੈਂਟ ਹੈ ਉਹ ਲਗਭਗ ਹੈ ਜਿਹੜੇ ਉਹ ਇੱਕੋ ਉਮਰ ਦੇ ਹੋਣੇ ਚਾਹੀਦੇ, ਭਾਵ ਉਹਨਾਂ ਦਾ ਜਿਹੜਾ ਏਜ ਡਿਫਰੈਂਸ ਹੈ ਉਹ ਬਹੁਤ ਜ਼ਿਆਦਾ ਨਹੀਂ ਹੋਣਾ ਚਾਹੀਦਾ। ਕਿਉਂਕਿ ਜਿਹੜੀ ਸਾਡੀ ਸਮਝਣ ਦੀ ਸ਼ਕਤੀ ਹੈ, ਜਿਹੜੀ ਸਾਡੀ ਜਿਹਨੂੰ ਆਪਾਂ ਕਹਿੰਦੇ ਹਾਂ ਬੁੱਧੀ ਹੈ, ਮੈਂਟਲ ਲੈਵਲ ਹੈ, ਉਹ ਵੀ ਏਜ ਦੇ ਅਕੋਰਡਿੰਗ ਉਹ ਬਦਲਦਾ ਹੈ। ਜਿਵੇਂ ਇੱਕ 5 ਸਾਲ ਦਾ ਬੱਚਾ ਹੈ, ਉਸੇ ਕਲਾਸ ਵਿੱਚ ਇੱਕ 20 ਸਾਲ ਦਾ ਬੱਚਾ ਬੈਠਾ ਹੈ, ਜੇ ਆਪਾਂ ਸੋਚੀਏ ਕਿ ਦੋਨਾਂ ਨੂੰ ਆਪਾਂ ਬਰਾਬਰ ਲੈਕਚਰ ਦੇ ਰਹੇ ਹਾਂ, ਦੋਨੋਂ ਬਰਾਬਰ ਫੋਲੋ ਕਰ ਜਾਣਗੇ, ਨਹੀਂ ਹੋ ਸਕਦਾ। ਇਸ ਕਰਕੇ ਵਧੀਆ ਕੁਸ਼ਲਤਾ ਲਈ ਜ਼ਰੂਰੀ ਹੈ ਕਿ ਜਿਹੜਾ ਏਜ ਡਿਫਰੈਂਸ ਹੈ ਉਹ ਵੀ ਨਾ ਹੋਵੇ, ਬਰਾਬਰ ਏਜ ਦੇ ਜਿਹੜੇ ਆ ਉਹ ਬੱਚੇ ਹੋਣ, ਤਾਂ ਹੀ ਉਹ ਵਧੀਆ ਢੰਗ ਨਾਲ ਸਿੱਖ ਸਕਦੇ ਹੈ। ਉਸ ਤੋਂ ਬਾਅਦ ਅਗਲਾ ਇਹਦੇ 'ਚ ਆਂਦਾ ਹੈ ਇਵੈਲੂਏਸ਼ਨ, ਭਾਵ ਮੁਲਾਂਕਣ। ਜਦੋਂ ਆਪਾਂ ਬੱਚੇ ਨੂੰ ਸਿਖਾ ਰਹੇ ਹਾਂ, ਬੱਚਾ ਸਿੱਖ ਰਿਹਾ ਹੈ, ਫਿਰ ਕੀ ਹੈ, ਅਸੀਂ ਥੋੜੇ ਸਮੇਂ ਬਾਅਦ ਕੀ ਹੈ ਕਿ ਅਸੀਂ ਜੋ ਸਿਖਾਇਆ ਉਸ ਚੀਜ਼ ਦਾ ਆਪਾਂ ਮੁਲਾਂਕਣ ਕਰੀਏ, ਭਾਵ ਉਸ ਚੀਜ਼ ਨੂੰ ਚੈੱਕ ਕਰੀਏ। ਜੋ ਆਪਾਂ ਥਿਊਰੀ ਦਾ ਕਰਵਾਇਆ ਹੈ ਜਾਂ ਆਪਾਂ ਪ੍ਰੈਕਟੀਕਲ ਕਰਵਾਇਆ ਹੈ, ਨਾਲ ਦੀ ਨਾਲ ਇਹਦਾ ਹੋ ਗਿਆ ਆਪਣੇ ਕਲਾਸ ਨਾਲ ਰਿਲੇਟਡ। ਹੋਰ ਆਪਾਂ ਕਲਾਸ 'ਚ ਕੀ ਮੁਲਾਂਕਣ ਕਰਦੇ ਰਹੀਏ ਕਿ ਬੱਚਾ ਜਿਹੜਾ ਹੈ ਉਹ ਮਾਨਸਿਕ ਤੌਰ ਤੇ ਪ੍ਰੈਜ਼ੈਂਟ ਹੈਗਾ ਕਲਾਸ 'ਚ। ਜਿੱਦਾਂ ਇੱਕ ਟੀਚਰ ਨੂੰ ਪਤਾ ਲੱਗ ਜਾਂਦਾ ਹੈ ਕਿ ਬੱਚੇ ਦਾ ਧਿਆਨ ਕਿੱਥੇ ਹੈ। ਕਈ ਵਾਰ ਆਪਾਂ ਦੇਖਦੇ ਹਾਂ ਟੀਚਰ ਕਲਾਸ 'ਚ ਬੈਠੇ ਬੈਠੇ ਵੀ ਕਹਿ ਦਿੰਦਾ ਬੇਟਾ ਤੇਰਾ ਧਿਆਨ ਨਹੀਂ ਹੈ ਕਲਾਸ 'ਚ, ਧਿਆਨ ਇੱਥੇ ਰੱਖੋ। ਉਹ ਕੀ ਹੈ ਕਿ ਅਸੀਂ ਨਾਲ ਮੁਲਾਂਕਣ ਕਰਨਾ ਹੁੰਦਾ ਹੈ ਕਿ ਬੱਚੇ ਨੂੰ ਜੋ ਕਰਾ ਰਹੇ ਆ ਉਹ ਫੋਲੋ ਕਰ ਰਿਹਾ ਹੈ, ਜੇ ਨਹੀਂ ਕਰ ਰਿਹਾ ਤਾਂ ਕਿਉਂ ਨਹੀਂ ਕਰ ਰਿਹਾ। ਇਹਨਾਂ ਸਾਰੀਆਂ ਚੀਜ਼ਾਂ ਦਾ ਨਾਲ ਦੀ ਨਾਲ ਪਤਾ ਲਗਾਉਂਦੇ ਰਹਿਣਾ, ਇਹਨੂੰ ਆਪਾਂ ਕਹਿੰਦੇ ਹਾਂ ਆਪਣੀ ਜਿਹੜੀ ਮੁਲਾਂਕਣ ਕਰਨਾ, ਇਵੈਲੂਏਸ਼ਨ ਕਰਨਾ ਕਿ ਠੀਕ ਚੱਲ ਰਿਹਾ। ਉਸ ਤੋਂ ਬਾਅਦ ਅਗਲਾ ਆਂਦਾ ਹੈ ਕੰਟਰੋਲਿੰਗ। ਹੁਣ ਅਸੀਂ ਕੋਈ ਵੀ ਕੰਮ ਦਿੱਤਾ ਹੈ, ਕੰਮ ਨੂੰ ਆਪਾਂ ਚੈੱਕ ਕਰਨਾ ਹੈ ਕਿ ਠੀਕ ਹੋ ਰਿਹਾ ਹੈ। ਉਹਦੇ ਲਈ ਜ਼ਰੂਰੀ ਕੀ ਹੁੰਦਾ ਹੈ ਕਿ ਪਹਿਲਾਂ ਜਿਹੜਾ ਸਾਡਾ ਆਪਣੀ ਕਲਾਸ ਤੇ ਕੰਟਰੋਲ ਹੋਵੇ ਪੂਰਾ, ਸਾਨੂੰ ਪਤਾ ਹੋਵੇ ਕਿ ਕਿਹੜਾ ਬੱਚਾ ਕੀ ਕਰ ਰਿਹਾ ਹੈ, ਠੀਕ ਕਰ ਰਿਹਾ ਹੈ ਕਿ ਗਲਤ ਕਰ ਰਿਹਾ ਹੈ। ਜੇ ਗਲਤ ਕਰ ਰਿਹਾ ਹੈ ਤਾਂ ਉਹਨੂੰ ਮੈਂ ਸੁਧਾਰਨਾ ਕਿਵੇਂ ਹੈ। ਔਰ ਇਹ ਵੀ ਨਹੀਂ ਹੋ ਸਕਦਾ ਕਿ ਹਰ ਬੱਚੇ ਨੂੰ ਜਿਹੜਾ ਸੁਧਾਰਨ ਦਾ ਉਹ ਇੱਕੋ ਹੀ ਢੰਗ ਆਪਾਂ ਅਪਣਾਈਏ, ਉਹਦੇ ਵਿੱਚ ਵੀ ਆਪਾਂ ਕਾਮਯਾਬ ਨਹੀਂ ਹੋ ਸਕਦੇ। ਕਿਉਂਕਿ ਕਈ ਬੱਚੇ ਆ ਉਹ ਲਾਇਕ ਹੈ, ਸਮਝਣਾ ਚਾਹੁੰਦੇ ਆ, ਪਰ ਉਹਨਾਂ 'ਚ ਇੰਨੀ ਨਹੀਂ ਹਿੰਮਤ ਹੁੰਦੀ ਕਿ ਉੱਠ ਕੇ ਪੁੱਛ ਸਕਣ, ਤੇ ਟੀਚਰ ਨੂੰ ਜਜਮੈਂਟ ਹੋ ਜਾਂਦੀ ਹੈ ਕਿ ਬੱਚਾ ਲਾਇਕ ਹੈ, ਮੈਂ ਇਹਨੂੰ ਕਿਸ ਤਰ੍ਹਾਂ ਸਮਝਾਉਣਾ ਹੈ। ਟੀਚਰ ਉਹਨੂੰ ਪਰਸਨਲੀ ਪੁੱਛ ਲੈਂਦਾ ਬੇਟਾ ਹਾਂ ਦੱਸੋ ਤੁਹਾਡੀ ਕੋਈ ਪ੍ਰੋਬਲਮ ਹੈ। ਤਾਂ ਉਹਦੇ ਵਿੱਚ ਅਸੀਂ ਕੀ ਹੈ ਕਿ ਜੇ ਆਪਾਂ ਕਲਾਸ ਤੇ ਕੰਟਰੋਲ ਕਰਨਾ, ਹਰ ਬੱਚੇ ਦਾ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਇਹਨੂੰ ਕਿਸ ਢੰਗ ਨਾਲ ਕੰਟਰੋਲ ਕਰ ਸਕਦਾ ਹੈ, ਕਿਸ ਢੰਗ ਨਾਲ ਕੰਟਰੋਲ ਕਰਕੇ ਵਧੀਆ ਮੈਂ ਇਹਨੂੰ ਸਿਖਾ ਸਕਦਾ ਹੈ, ਕਿਸ ਢੰਗ ਨਾਲ ਜੇ ਗਲਤੀ ਕਰ ਰਿਹਾ ਤਾਂ ਮੈਂ ਇਹਨੂੰ ਸੁਧਾਰ ਕਿਵੇਂ ਸਕਦਾ ਹੈ। ਇਹ ਹੋ ਗਏ ਐਲੀਮੈਂਟ ਆਫ ਸਕਿੱਲਸ, ਭਾਵ ਜਦੋਂ ਆਪਾਂ ਕਿਸੇ ਨੂੰ ਕੁਸ਼ਲ ਬਣਾਉਣਾ ਹੈ
ਤਾਂ ਉਹਦੇ ਵਿੱਚ ਕਿਹੜੇ-ਕਿਹੜੇ ਜ਼ਰੂਰੀ ਤੱਤ ਹੈ ਜਿਹੜੇ ਉਸ ਚੀਜ਼ ਨੂੰ ਅਫੈਕਟ ਕਰਦੇ ਹੈ। ਉਸ ਤੋਂ ਬਾਅਦ ਆਂਦਾ ਹੈ ਕਿ ਜਿਹੜੀ ਕੁਸ਼ਲਤਾ ਹੈ ਉਹ ਪ੍ਰਾਪਤ ਕਿਵੇਂ ਕੀਤੀ ਜਾ ਸਕਦੀ ਹੈ, ਕਿ how to get skills, ਕਿ ਕੁਸ਼ਲਤਾ ਪ੍ਰਾਪਤ ਕਿਵੇਂ ਕੀਤੀ ਜਾ ਸਕਦੀ ਹੈ। ਸਭ ਤੋਂ ਪਹਿਲਾਂ ਇਹਦਾ ਸਟੈਪ ਹੈਗਾ ਯੂਜ਼ਿੰਗ ਦਾ ਪ੍ਰਿੰਸੀਪਲ ਆਫ ਐਫਰਟਸ ਐਂਡ ਫੋਰਗੇਟਫੁਲਨੈਸ, ਭਾਵ ਕਿ ਜਿਹਨੂੰ ਆਪਾਂ ਕਹਿੰਦੇ ਆ ਯਤਨ ਅਤੇ ਭੁੱਲ ਦਾ ਸਿਧਾਂਤ। ਯਤਨ ਅਤੇ ਭੁੱਲ ਦਾ ਸਿਧਾਂਤ ਕੀ ਹੈ ਕਿ ਆਪਾਂ ਕੋਸ਼ਿਸ਼ ਕੀਤੀ, ਜੇ ਇੱਕ ਵਾਰ ਕਾਮਯਾਬੀ ਨਹੀਂ ਮਿਲੀ, ਆਪਾਂ ਉਸ ਚੀਜ਼ ਨੂੰ ਭੁੱਲ ਗਏ, ਤਾਂ ਅਸੀਂ ਉਸ ਚੀਜ਼ ਨੂੰ ਦੁਬਾਰਾ ਫੇਰ ਕਰਕੇ ਦੇਖਦੇ ਹਾਂ। ਯਤਨ ਅਤੇ ਭੁੱਲ ਤੋਂ ਭਾਵ ਕਿ ਬਾਰ-ਬਾਰ ਆਪਾਂ ਕੋਸ਼ਿਸ਼ ਕਰਨੀ ਤੇ ਉਦੋਂ ਤੱਕ ਕੋਸ਼ਿਸ਼ ਕਰਦੇ ਰਹਿਣਾ ਜਦੋਂ ਤੱਕ ਕੋਈ ਗਲਤੀ ਬਾਕੀ ਨਾ ਬਚੇ। ਭਾਵ ਜੇ ਆਪਾਂ ਪੂਰੀ ਤਰ੍ਹਾਂ ਸਕਿੱਲ ਹੋਣਾ ਚਾਹੁੰਦੇ ਆ ਤਾਂ ਸਾਨੂੰ ਲਗਾਤਾਰ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਆ ਉਦੋਂ ਤੱਕ ਜਦੋਂ ਤੱਕ ਕਿ ਪੂਰੀ ਤਰ੍ਹਾਂ ਕੁਸ਼ਲਤਾ ਨਹੀਂ ਆ ਜਾਂਦੀ, ਜਦੋਂ ਕਿ ਅਸੀਂ ਪੂਰੀ ਤਰ੍ਹਾਂ ਜਦੋਂ ਤੱਕ ਆਪਾਂ ਪਰਫੈਕਟ ਨਹੀਂ ਹੋ ਜਾਂਦੇ। ਉਸ ਤੋਂ ਬਾਅਦ ਆਂਦੀ ਹੈ ਪਰਫਾਰਮੈਂਸ। ਕਿੱਦਾਂ ਆਪਾਂ ਹੋ ਸਕਦੇ ਆ ਜ਼ਿਆਦਾ ਵਧੀਆ ਕੁਸ਼ਲ ਪ੍ਰਦਰਸ਼ਨ ਦੁਆਰਾ। ਕਿਵੇਂ ਆਪਾਂ ਬੱਚਿਆਂ ਨੂੰ ਪ੍ਰਦਰਸ਼ਨ ਦੁਆਰਾ ਸਕਿੱਲ ਕਰਨਾ ਹੈ ਕਿ ਕੋਈ ਵੀ ਆਪਾਂ ਕਰਨੀ ਹੈ ਤਾਂ ਉਹਦੇ ਵਿੱਚ ਅਸੀਂ ਕੀ ਕਰਨਾ ਹੁੰਦਾ ਹੈ ਕਿ ਸਭ ਤੋਂ ਪਹਿਲਾਂ ਪ੍ਰਦਰਸ਼ਨ ਕਰਕੇ ਦਿਖਾਉਣਾ ਹੈ, ਭਾਵ ਬੱਚੇ ਨੂੰ ਜੋ ਸਿਖਾਉਣਾ ਹੈ ਪਹਿਲਾਂ ਉਹਨੂੰ ਉਹ ਦਿਖਾਉਣਾ ਹੈ ਕਿ ਕਿਵੇਂ ਇਹ ਕਰਦੇ ਹੈ। ਉਹਦੇ ਨਾਲ ਕਿਵੇਂ ਬੱਚਾ ਜ਼ਿਆਦਾ ਕੁਸ਼ਲ ਹੁੰਦਾ ਹੈ ਕਿ ਬੱਚੇ ਜਦੋਂ ਆਪਾਂ ਉਹਨੂੰ ਕਰਕੇ ਦੱਸਦੇ ਆ, ਕਰਨ ਤੋਂ ਬਾਅਦ ਉਹਦੀ ਨਕਲ ਜਲਦੀ ਕਰ ਲੈਂਦੇ ਨੇ। ਆਪਾਂ ਸਿੱਧਾ ਉਹਨਾਂ ਨੂੰ ਥਿਓਰੈਟੀਕਲੀ ਦੱਸਦੇ ਰਹੀਏ ਇਸ ਤਰ੍ਹਾਂ ਕਰੋ ਇਸ ਤਰ੍ਹਾਂ ਕਰੋ ਤਾਂ ਬੱਚੇ ਦੀ ਜਿਹੜੀ ਗਲਤੀ ਦੀ ਸੰਭਾਵਨਾ ਉਹ ਜ਼ਿਆਦਾ ਹੁੰਦੀ ਹੈ। ਜਦੋਂ ਆਪਾਂ ਉਹਨੂੰ ਕਰਕੇ ਦੱਸਦੇ ਆ, ਕਰਕੇ ਦੱਸਣ ਨਾਲ ਕੀ ਹੁੰਦਾ ਹੈ ਕਿ ਬੱਚੇ ਆ ਜਿਹੜੇ ਉਹ ਜਲਦੀ ਸਿੱਖ ਜਾਂਦੇ ਆ ਉਹਦੇ ਤੋਂ ਨਕਲ ਕਰਕੇ। ਉਸ ਤੋਂ ਬਾਅਦ ਆਂਦਾ ਹੈ ਥਰੋ ਇੰਟੈਲੀਜੈਂਸ, ਕਿ ਸਿਰਫ ਆਪਾਂ ਕੋਸ਼ਿਸ਼ ਕਰਦੇ ਰਹੀਏ, ਦੁਬਾਰਾ ਉਹਦੀ ਗਲਤੀ ਕਰੀਏ, ਫਿਰ ਉਹਨੂੰ ਕਰਨ ਦੀ ਕੋਸ਼ਿਸ਼ ਕਰੀਏ, ਸਿਰਫ ਉਹਦੇ ਨਾਲ ਇਹਦੀ ਵਧੀਆ ਸਿੱਖਿਆ ਜਾ ਸਕਦਾ। ਉਹਦੇ ਲਈ ਸੂਝ ਦੀ ਵੀ ਲੋੜ ਹੁੰਦੀ ਹੈ। ਸੂਝ ਤੋਂ ਭਾਵ ਕਿ ਇੱਕ ਵਾਰ ਗਲਤੀ ਹੋਈ, ਦੁਬਾਰਾ ਅਸੀਂ ਉਹਨੂੰ ਠੀਕ ਕਿਸ ਤਰ੍ਹਾਂ ਕਰਨਾ ਹੈ, ਸੋਚ ਸਮਝ ਕੇ ਕਿ ਪਹਿਲਾਂ ਗਲਤੀ ਹੋਈ ਕਿਉਂ ਹੈ, ਇਹਨੂੰ ਠੀਕ ਕਿਵੇਂ ਕੀਤਾ ਜਾ ਸਕਦਾ ਹੈ। ਜਦੋਂ ਆਪਾਂ ਸੂਝ ਦੀ ਵਰਤੋਂ ਕਰਾਂਗੇ, ਸਾਰੇ ਕੁਝ ਨੂੰ ਸਮਝ ਕੇ ਦੁਬਾਰਾ ਉਸੇ ਕੰਮ ਨੂੰ ਕਰਾਂਗੇ ਤਾਂ ਉਹਦੇ ਵਿੱਚ ਜਿਹੜੀ ਆ ਉਹ ਕਾਮਯਾਬੀ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ, ਆਪਾਂ ਜਲਦੀ ਸਿੱਖਦੇ ਹਾਂ। ਉਸ ਤੋਂ ਬਾਅਦ ਆਂਦਾ ਯੂਜ਼ਿੰਗ ਮਾਡਲਸ, ਕਿ ਅਸੀਂ ਮਾਡਲ ਦਿਖਾ ਕੇ ਵੀ ਜਿਹੜਾ ਬੱਚੇ ਨੂੰ ਆ ਉਹ ਵਧੀਆ ਸਕਿੱਲ ਕਰ ਸਕਦੇ ਆ। ਉਹਨੂੰ ਦਿਖਾ ਕੇ ਕਿ ਦੇਖੋ ਇਸ ਤਰ੍ਹਾਂ ਦਾ ਤਿਆਰ ਹੁੰਦਾ, ਇਵੇਂ ਕੀਤਾ ਜਾ ਸਕਦਾ, ਉਹਦੇ ਨਾਲ ਵੀ ਜਿਹੜੇ ਬੱਚੇ ਆ ਉਹ ਵਧੀਆ ਸਿੱਖ ਸਕਦੇ ਆ। ਉਸ ਤੋਂ ਬਾਅਦ ਆਂਦੀ ਪ੍ਰੈਕਟਿਸ, ਕਿਉਂਕਿ ਕੋਈ ਵੀ ਆਪਾਂ ਕੰਮ ਕਰਨਾ ਹੈ, ਜੇ ਉਹਦੇ ਚ ਆਪਾਂ ਪਰਫੈਕਟ ਹੋਣਾ ਚਾਹੁੰਦੇ ਆ ਤਾਂ ਸਭ ਤੋਂ ਜ਼ਰੂਰੀ ਤੱਤ ਹੈ ਜਿਹੜਾ ਉਹ ਪ੍ਰੈਕਟਿਸ ਹੈ, ਅਭਿਆਸ ਹੈ। ਕਿ ਜਿਸ ਕੰਮ ਦਾ ਅਸੀਂ ਬਾਰ-ਬਾਰ ਅਭਿਆਸ ਕਰਦੇ ਜਾਵਾਂਗੇ, ਬਾਰ-ਬਾਰ ਉਸ ਕੰਮ ਨੂੰ ਦੁਹਰਾਉਂਦੇ ਜਾਵਾਂਗੇ, ਆਟੋਮੈਟਿਕਲੀ ਇੱਕ ਦਿਨ ਅਸੀਂ ਜ਼ਰੂਰ ਉਸ ਕੰਮ ਵਿੱਚ ਪਰਫੈਕਟ ਹੋ ਜਾਾਂਗੇ, ਉਸ ਕੰਮ 'ਚ ਆਪਾਂ ਨਿਪੁੰਨ ਹੋ ਜਾਾਂਗੇ। ਇਸ ਕਰਕੇ ਨਿਪੁੰਨਤਾ ਲਈ ਅਭਿਆਸ ਵੀ ਜ਼ਰੂਰੀ ਹੈ, ਬਾਰ-ਬਾਰ ਉਸ ਕੰਮ ਨੂੰ ਦੁਹਰਾਉਣਾ ਵੀ ਜ਼ਰੂਰੀ ਹੈ। ਉਸ ਤੋਂ ਬਾਅਦ ਹੈ ਕਰੈਕਸ਼ਨ। ਕਰੈਕਸ਼ਨ ਕੀ ਹੈ? ਸੋਧ ਕਰਨਾ। ਜਦੋਂ ਆਪਾਂ ਕੋਈ ਕੰਮ ਕਰਦੇ ਆ, ਸਾਡੇ ਅਧਿਆਪਕ ਕੀ ਆ ਉਹਦੇ ਵਿੱਚ ਗਲਤੀਆਂ ਦੱਸਦੇ ਨੇ ਕਿ ਬੇਟਾ ਇੱਥੇ ਗਲਤੀ ਹੈ। ਫਿਰ ਕੀ ਹੈ, ਗਲਤੀ ਦੱਸ ਕੇ ਨਾਲ ਬੱਚੇ ਨੂੰ ਉਹ ਗਲਤੀ ਠੀਕ ਕਰਨ ਲਈ ਪ੍ਰੇਰਿਤ ਵੀ ਕੀਤਾ ਜਾਂਦਾ ਹੈ ਕਿ ਇਸ ਗਲਤੀ ਨੂੰ ਤੁਸੀਂ ਕਿਸ ਤਰ੍ਹਾਂ ਠੀਕ ਕਰਨਾ ਹੈ। ਤੇ ਬੱਚਾ ਕਦੋਂ ਫਿਰ ਵਧੀਆ ਸਿੱਖਦਾ ਹੈ? ਜਦੋਂ ਉਹ ਜਿਹੜਾ ਟੀਚਰ ਉਹਨੂੰ ਗਲਤੀ ਦੱਸ ਰਿਹਾ ਹੈ ਉਸ ਗਲਤੀ ਵੱਲ ਧਿਆਨ ਦਿੰਦਾ ਹੈ, ਉਸ ਗਲਤੀ ਵੱਲ ਧਿਆਨ ਦੇ ਕੇ ਫਿਰ ਉਹਨੂੰ ਠੀਕ ਢੰਗ ਨਾਲ ਸਿੱਖਦਾ ਹੈ, ਉਹਨੂੰ ਦੁਬਾਰਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਦੁਬਾਰਾ ਕਰਦਾ ਹੈ ਉਸ ਗਲਤੀ ਨੂੰ ਸੋਧ ਕੇ ਫਿਰ ਉਹ ਠੀਕ ਤਰ੍ਹਾਂ ਨਾਲ ਸਿੱਖ ਸਕਦਾ ਹੈ। ਉਸ ਤੋਂ ਬਾਅਦ ਆਂਦਾ ਹੈ ਟਰਾਈ ਯੂਅਰ ਸੈਲਫ, ਭਾਵ ਖੁਦ ਕਰਕੇ ਦੇਖਣਾ। ਕੋਈ ਵੀ ਆਪਾਂ ਕੰਮ ਸਿੱਖਿਆ, ਉਹਨੂੰ ਵਾਰ-ਵਾਰ ਕਰਕੇ ਦੇਖਿਆ, ਟੀਚਰ ਨੇ ਸਾਨੂੰ ਗਲਤੀ ਦੱਸੀ, ਅਸੀਂ ਉਹਨੂੰ ਕਰੈਕਟ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਕੰਮ ਨੂੰ ਆਪਾਂ ਖੁਦ ਕਰਕੇ ਦੇਖਦੇ ਹਾਂ, ਇਹ ਨਹੀਂ ਕਿ ਦੂਜੇ ਦਾ ਗਲਤੀ ਕੀਤੀ ਅਸੀਂ ਉਹਦੇ ਤੋਂ ਸਿੱਖ ਲਿਆ ਕਿ ਹਾਂ ਇੱਥੋਂ ਗਲਤ ਹੋਇਆ ਮੈਂ ਦੁਬਾਰਾ ਠੀਕ ਕਰ ਲੈਣਾ, ਨਹੀਂ। ਜਦੋਂ ਆਪ ਕਰਕੇ ਦੇਖਿਆ, ਉਹਦੇ ਨਾਲ ਕੀ ਹੁੰਦਾ ਹੈ ਕਿ ਇੱਕ ਤਾਂ ਉਹਨੂੰ ਪਤਾ ਲੱਗਦਾ ਹੈ ਕਿ ਜੋ ਮੈਂ ਕਰ ਰਿਹਾ ਹਾਂ ਕਿਹੜੀ ਦਿਸ਼ਾ 'ਚ ਜਾ ਰਿਹਾ ਹੈ, ਇਹਨੂੰ ਕਰਨ ਦਾ ਤਰੀਕਾ ਮੇਰਾ ਠੀਕ ਹੈ। ਫਿਰ
ਪਤਾ ਲੱਗਦਾ ਹੈ ਕਿ ਗਲਤੀ ਦੀ ਸੰਭਾਵਨਾ ਕਿੱਥੇ ਹੈ, ਕਿੱਥੇ ਗਲਤੀ ਹੋ ਸਕਦੀ ਹੈ। ਆਪਾਂ ਦੇਖਦੇ ਹਾਂ ਕਲਾਸ 'ਚ ਜਦੋਂ ਜੌਬ ਸ਼ੁਰੂ ਕੀਤੀ ਜਾਂਦੀ ਹੈ ਤਾਂ ਮੈਕਸਿਮਮ ਟੀਚਰ ਸਾਡੇ ਜਿਹੜੇ ਆ ਉਹ ਸਾਨੂੰ ਪਹਿਲਾਂ ਕਲੀਅਰ ਕਰ ਦਿੰਦੇ ਆ ਕਿ ਬੇਟਾ ਇਸ ਜੌਬ ਵਿੱਚ ਇੱਥੇ ਗਲਤੀ ਦੀ ਸੰਭਾਵਨਾ, ਇੱਥੋਂ ਤੁਸੀਂ ਗਲਤ ਕਟਾਈ ਕਰ ਸਕਦੇ ਹੋ, ਇੱਥੋਂ ਗਲਤ ਸਿਲਾਈ ਹੋ ਸਕਦੀ ਹੈ, ਇਸ ਚੀਜ਼ ਦਾ ਧਿਆਨ ਰੱਖਣਾ। ਤੇ ਜਿਹੜਾ ਬੱਚਾ ਉਸ ਚੀਜ਼ ਨੂੰ ਧਿਆਨ 'ਚ ਰੱਖ ਕੇ ਕਰਦਾ ਹੈ ਤਾਂ ਉਸ ਚੀਜ਼ ਨੂੰ ਉਹ ਸੁਧਾਰ ਲੈਂਦਾ ਹੈ, ਤਾਂ ਉਹਦੇ ਵਿੱਚ ਜਿਹੜੀ ਆ ਉਹ ਵਧੀਆ ਢੰਗ ਨਾਲ ਉਹ ਸਿੱਖ ਸਕਦਾ ਹੈ। ਉਸ ਤੋਂ ਬਾਅਦ ਆਂਦਾ ਹੈ ਥ्रू ਵਰਬਲ ਐਕਸਪਲੇਨੇਸ਼ਨ। ਵਰਬਲ ਐਕਸਪਲੇਨੇਸ਼ਨ ਤੋਂ ਭਾਵ ਕਿ ਮੌਖਿਕ ਵਿਆਖਿਆ ਰਾਹੀਂ ਕੀ ਹੈ ਕਿ ਜਦੋਂ ਆਪਾਂ ਕੋਈ ਚੀਜ਼ ਸਿੱਖ ਰਹੇ ਹਾਂ ਜਾਂ ਟੀਚਰ ਸਾਨੂੰ ਸਿਖਾ ਰਹੇ ਨੇ, ਉਹਦੇ ਲਈ ਜ਼ਰੂਰੀ ਕੀ ਹੈ ਕਿ ਅਸੀਂ ਨਾਲ ਨਾਲ ਉਹਨੂੰ ਬੋਲ ਕੇ ਸਮਝਾਉਂਦੇ ਜਾਈਏ। ਇਸ ਤਰ੍ਹਾਂ ਹੀ ਹੁੰਦਾ ਕਲਾਸ 10 ਆਪਾਂ ਕੋਈ ਚੀਜ਼ ਕਰਾ ਰਹੇ ਹਾਂ, ਤੁਹਾਨੂੰ ਕੋਈ ਡਰਾਫਟਿੰਗ ਕਰਾ ਰਹੇ ਹਾਂ, ਕਿਸੇ ਬਾਰੇ ਸਮਝਾ ਰਹੇ ਹਾਂ, ਤਾਂ ਉਹਦੇ 'ਚ ਕੀ ਹੈ ਨਾਲ ਨਾਲ ਆਪਾਂ ਉਹਨੂੰ ਡਰਾ ਕਰ ਰਹੇ ਹਾਂ, ਨਾਲ ਨਾਲ ਤੁਹਾਨੂੰ ਬੋਲ ਕੇ ਸਮਝਾਇਆ ਜਾਂਦਾ ਹੈ ਕਿ ਅੱਗੇ ਇਸ ਤਰ੍ਹਾਂ ਕਰਨਾ ਹੈ, ਇਸ ਤਰ੍ਹਾਂ ਕਰਨਾ ਹੈ। ਉਹਦੇ ਨਾਲ ਕੀ ਹੁੰਦਾ ਹੈ ਕਿ ਜੇ ਸਾਡੀ ਜਿਹੜੀ ਹੈ ਵਰਬਲ ਐਕਸਪਲੇਨੇਸ਼ਨ ਹੈ, ਜੋ ਆਪਾਂ ਬੋਲ ਰਹੇ ਹਾਂ, ਉਹ ਠੀਕ ਹੋਣੀ ਚਾਹੀਦੀ ਹੈ। ਜੇ ਜੋ ਆਪਾਂ ਕਰ ਰਹੇ ਹਾਂ ਸਾਡੀ ਜਿਹੜੀ ਵਿਆਖਿਆ ਹੈ ਉਹਦੇ ਨਾਲ ਮੈਚ ਨਹੀਂ ਕਰ ਰਹੀ, ਤਾਂ ਜਿਹੜਾ ਸਟੂਡੈਂਟ ਹੈ ਉਹ ਉਸ ਚੀਜ਼ ਦੀ ਨਕਲ ਵੀ ਸਹੀ ਢੰਗ ਨਾਲ ਨਹੀਂ ਕਰ ਸਕਦਾ। ਉਹਦੇ ਨਾਲ ਕੀ ਹੈ, ਜਦੋਂ ਬੱਚਾ ਨਕਲ ਵੀ ਉਹਦੀ ਸਹੀ ਢੰਗ ਨਾਲ ਨਹੀਂ ਕਰ ਸਕਦਾ ਤਾਂ ਉਹ ਬੱਚਾ ਕੁਸ਼ਲ ਨਹੀਂ ਹੋ ਸਕਦਾ, ਕਿਉਂਕਿ ਤੁਸੀਂ ਜੋ ਬੋਲ ਰਹੇ ਆ ਉਹ ਜੋ ਕਰ ਰਹੇ ਆ ਉਹਦੇ ਨਾਲ ਮੈਚ ਨਹੀਂ ਕਰ ਰਿਹਾ। ਬੱਚਾ ਕਨਫਿਊਜ਼ ਹੋ ਜਾਊਗਾ, ਉਹਦੇ ਪੱਲੇ ਨਹੀਂ ਪੈਣਾ, ਉਹਨੂੰ ਚੰਗੀ ਤਰ੍ਹਾਂ ਸਮਝ ਨਹੀਂ ਲੱਗਣੀ। ਇਸ ਕਰਕੇ ਜ਼ਰੂਰੀ ਹੈ ਕਿ ਜੋ ਆਪਾਂ ਕਰ ਰਹੇ ਆ ਉਹਦੀ ਜਿਹੜੀ ਆ ਸਹੀ ਵਿਆਖਿਆ ਵੀ ਨਾਲ ਨਾਲ ਹੋਵੇ। ਉਸ ਤੋਂ ਬਾਅਦ ਸਾਡੇ ਟੀਚਿੰਗ ਸਟੈਪਸ ਵਿੱਚ ਅਗਲਾ ਟੌਪਿਕ ਆਉਂਦਾ ਹੈ ਡਿਕਟੇਸ਼ਨ ਦਾ। ਡਿਕਟੇਸ਼ਨ ਆਪਾਂ ਸਮਝਦੇ ਹਾਂ ਕੀ ਹੁੰਦਾ ਹੀ ਹੈ। ਇਸ ਮੈਥਡ 'ਚ ਕੀ ਹੁੰਦਾ ਹੈ, ਇਨ ਦਿਸ ਮੈਥਡ ਟੀਚਰ ਸਪੀਕਸ ਐਂਡ ਦਾ ਸਟੂਡੈਂਟਸ ਲਿਸਨ ਐਂਡ ਰਾਈਟ। ਜਾਣਦੇ ਹਾਂ ਆਪਾਂ ਇਹਦੇ ਵਿੱਚ ਕੀ ਹੁੰਦਾ ਹੈ ਕਿ ਟੀਚਰ ਬੋਲਦਾ ਹੈ, ਸਟੂਡੈਂਟ ਨੇ ਉਹਨੂੰ ਸੁਣਦੇ ਨੇ ਤੇ ਨਾਲ ਲਿਖਦੇ ਨੇ। ਤੇ ਜਿਹੜੀ ਸਕਸੈਸਫੁਲ ਡਿਕਟੇਸ਼ਨ ਕਿਹੜੀ ਹੁੰਦੀ ਹੈ, ਜਿਹਦੇ ਵਿੱਚ ਐਕੂਰੇਸੀ ਆਫ ਪ੍ਰੋਨਾਂਸੀਏਸ਼ਨ ਐਂਡ ਸਪੀਡ, ਜਿਹਦੇ ਵਿੱਚ ਜਿਹੜੀ ਹੈ ਤੁਹਾਡੀ ਪ੍ਰੋਨਾਂਸੀਏਸ਼ਨ ਹੈ, ਤੁਹਾਡੀ ਜਿਹੜੀ ਬੋਲਚਾਲ ਹੈ ਉਹ ਸਹੀ ਹੋਵੇ ਤੇ ਤੁਹਾਡੀ ਜਿਹੜੀ ਸਪੀਡ ਹੈ ਉਹ ਸਹੀ ਹੋਵੇ। ਉਹਦੇ ਲਈ ਟੀਚਰ ਨੂੰ ਕੀ ਧਿਆਨ ਰੱਖਣਾ ਪੈਂਦਾ ਹੈ ਕਿ ਬੱਚੇ ਦੀ ਏਜ ਕੀ ਹੈ, ਕਿਸ ਏਜ ਦਾ ਬੱਚਾ ਜਿਹੜਾ ਜੋ ਮੈਂ ਬੋਲ ਰਿਹਾ ਹੈ ਉਹਨੂੰ ਲਿਖ ਸਕਦਾ ਹੈ, ਉਹਦਾ ਇੰਟਰਸਟ ਕੀ ਹੈ, ਬੱਚੇ ਨੂੰ ਲੈਂਗੁਏਜ ਨੌਲੇਜ ਕਿਹੜੀ ਹੈ, ਭਾਵ ਜੋ ਮੈਂ ਲਿਖਾ ਰਿਹਾ ਕਿ ਬੱਚੇ ਉਸ ਲੈਂਗੁਏਜ ਨੂੰ ਸਮਝਦੇ ਨੇ। ਇਹਨਾਂ ਚੀਜ਼ਾਂ ਦਾ ਧਿਆਨ ਜਿਹੜਾ ਟੀਚਰ ਡਿਕਟੇਸ਼ਨ ਲਿਖਾ ਰਿਹਾ ਉਹਨੂੰ ਰੱਖਣਾ ਪੈਂਦਾ ਹੈ। ਹੋਰ ਜਿਹੜੇ ਡਿਕਟੇਸ਼ਨ ਦੇ ਮੈਥਡ ਆਫ ਡਿਕਟੇਸ਼ਨ ਜਿਹਨੂੰ ਆਪਾਂ ਕਹਿੰਦੇ ਆ ਕਿ ਡਿਕਟੇਸ਼ਨ ਲਿਖਾਉਂਦੇ ਸਮੇਂ ਸਾਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਕੀ ਧਿਆਨ ਰੱਖਣਾ ਚਾਹੀਦਾ ਹੈ ਕਿ ਟੀਚਰ ਸ਼ੁੱਡ ਬੀ ਸਟੈਂਡ ਇਨ ਫਰੰਟ ਆਫ ਸਟੂਡੈਂਟ, ਕਿ ਜਿਹੜਾ ਟੀਚਰ ਹੈ ਉਹ ਬੱਚਿਆਂ ਦੇ ਸਾਹਮਣੇ ਖੜਾ ਹੋਣਾ ਚਾਹੀਦਾ ਹੈ, ਭਾਵ ਉਸਨੂੰ ਇਹੋ ਜਿਹੀ ਜਗ੍ਹਾ ਤੇ ਖੜਾ ਹੋਣਾ ਚਾਹੀਦਾ ਹੈ ਜਿੱਥੇ ਸਾਰੇ ਜਿਹੜੇ ਬੱਚੇ ਨੇ ਉਹਦੀ ਆਵਾਜ਼ ਨੂੰ ਆਰਾਮ ਨਾਲ ਸੁਣ ਸਕਦੇ ਹੋਣ। ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਟੀਚਰ ਨੇ ਬੋਲਣਾ ਹੈ, ਬੱਚਿਆਂ ਨੇ ਲਿਖਣਾ ਹੈ। ਤੇ ਪਹਿਲਾਂ ਇਹ ਧਿਆਨ ਰੱਖ ਲਿਆ ਕਿ ਉੱਥੇ ਖੜੇ ਹੋਣਾ ਚਾਹੀਦਾ ਜਿੱਥੋਂ ਬੱਚੇ ਸੁਣ ਸਕਣ। ਅਗਲਾ ਧਿਆਨ ਕੀ ਰੱਖਣਾ ਹੁੰਦਾ ਹੈ ਕਿ ਜਦੋਂ ਆਪਾਂ ਲਿਖਾਉਣਾ ਸ਼ੁਰੂ ਕੀਤਾ, ਡਿਕਟੇਸ਼ਨ ਸ਼ੁਰੂ ਕੀਤੀ, ਤਾਂ ਦੇਖ ਲੈਣਾ ਚਾਹੀਦਾ ਹੈ ਕਿ ਬੱਚਿਆਂ ਕੋਲ ਰਾਈਟਿੰਗ ਮਟੀਰੀਅਲ ਪੂਰਾ ਹੈਗਾ, ਭਾਵ ਜਦੋਂ ਲਿਖਾਉਣਾ ਸ਼ੁਰੂ ਕੀਤਾ ਕਿ ਬੱਚਿਆਂ ਕੋਲ ਪੈਨ ਪੈਨਸਿਲ ਜੋ ਉਹਨਾਂ ਨੂੰ ਚਾਹੀਦਾ ਹੈ ਉਹਦੇ ਲਈ ਉਹ ਸਾਰਾ ਕੁਝ ਕੋਲ ਹੈਗਾ। ਇਹ ਨਾ ਹੋਵੇ ਕਿ ਆਪਾਂ ਲਿਖਾਉਣਾ ਸ਼ੁਰੂ ਕਰ ਦਿੱਤਾ, ਬੱਚੇ ਕੋਲ ਪੈਨ ਹੀ ਹੈ ਨਹੀਂ ਹੈ, ਬੱਚੇ ਨੇ ਤੁਸੀਂ 10 ਮਿੰਟ ਬੋਲਦਿਆਂ ਨੂੰ ਹੋ ਗਏ, ਬੱਚਾ ਆਰਾਮ ਨਾਲ ਬੈਠਾ ਹੈ, ਜਦੋਂ ਪੁੱਛਿਆ ਕੀ ਕਾਰਨ ਤਾਂ ਉਹਦੇ ਕੋਲ ਪੈਨ ਨਹੀਂ ਹੈ। ਕੀ ਹੈ ਕਿ ਪਹਿਲਾਂ ਧਿਆਨ ਦੇ ਲੈਣਾ ਚਾਹੀਦਾ ਕਿ ਬੱਚੇ ਕੋਲ ਉਹ ਮਟੀਰੀਅਲ ਹੈਗਾ। ਉਸ ਤੋਂ ਬਾਅਦ ਕੀ ਚੈੱਕ ਕਰਨਾ ਚਾਹੀਦਾ ਹੈ ਕਿ ਜਿਹੜਾ ਹੈ ਇੰਟਾਇਰ ਪੈਰਾਗ੍ਰਾਫ ਸ਼ੁੱਡ ਬੀ ਰੀਡ ਬਿਫੋਰ ਡਿਕਟੇਟਿੰਗ, ਕਿ ਜਿਹੜਾ ਸਾਰਾ ਪੈਰਾਗ੍ਰਾਫ ਤੁਸੀਂ ਲਿਖਾਉਣਾ ਹੈ ਉਹ ਡਿਕਟੇਸ਼ਨ ਤੋਂ ਪਹਿਲਾਂ, ਡਿਕਟੇਟਿੰਗ ਤੋਂ ਪਹਿਲਾਂ ਚੰਗੀ ਤਰ੍ਹਾਂ ਇੱਕ ਵਾਰੀ ਪੜ੍ਹ ਲੈਣਾ ਚਾਹੀਦਾ ਹੈ ਤਾਂ ਕਿ ਉਹਦੇ ਵਿੱਚ ਕੋਈ ਪ੍ਰੋਨਾਂਸੀਏਸ਼ਨ ਦੀ ਗਲਤੀ ਨਾ ਹੋਵੇ। ਫਿਰ ਜਦੋਂ ਆਪਾਂ ਸ਼ੁਰੂ ਕਰਨਾ ਹੈ, ਕਹਿੰਦਾ ਟੀਚਰ ਸ਼ੁੱਡ ਰਾਈਟ ਸਲੋਲੀ ਫਸਟ, ਭਾਵ ਕਿ ਜਦੋਂ ਟੀਚਰ ਨੇ ਲਿਖਾਉਣਾ ਸ਼ੁਰੂ ਕਰਨਾ ਹੈ ਤਾਂ ਪਹਿਲਾਂ ਜਿਹੜਾ ਉਹ ਸਲੋਲੀ ਚੱਲੇ। ਸਲੋਲੀ ਚੱਲਣ ਤੋਂ ਕੀ ਭਾਵ ਹੈ ਕਿ ਜਦੋਂ ਆਪਾਂ ਕਰਨਾ ਹੈ ਤਾਂ ਤੁਹਾਡੇ ਪੈਰਾਗ੍ਰਾਫ ਦੇ ਹਿਸਾਬ ਨਾਲ ਕਿੱਥੇ ਕਿੱਥੇ ਵਿਸ਼ਰਾਮ ਚਿੰਨ੍ਹ ਆਉਂਦੇ ਨੇ,
ਤੇ ਉਹ ਜੋ ਪਹਿਰੇ ਵਿੱਚ ਹੈਗਾ ਉਹਦਾ ਸ਼ੁੱਧ ਉਚਾਰਨ ਜਿਹਨੂੰ ਆਪਾਂ ਕਹਿੰਦੇ ਆ ਕਿ ਜੋ ਅੱਖਰ ਹੈਗਾ ਉਹਨੂੰ ਸ਼ੁੱਧ ਭਾਸ਼ਾ ਵਿੱਚ ਅਸੀਂ ਕਿਸ ਤਰ੍ਹਾਂ ਬੋਲਣਾ ਹੈ। ਜਿਵੇਂ ਆਪਾਂ ਪੰਜਾਬੀ ਬੋਲ ਰਹੇ ਆ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਅੱਖਰ ਤੇ ਬਿੰਦੀ ਆ ਰਹੀ ਹੈ, ਕਿਸ ਅੱਖਰ ਤੇ ਟਿੱਪੀ ਆ ਰਹੀ ਹੈ, ਅੱਧਕ ਕਿੱਥੇ ਹੈ, ਸਿਹਾਰੀ ਦੀ ਆਵਾਜ਼ ਕਿਹੜੀ ਹੈ। ਜੇ ਸਾਡਾ ਉਹ ਮੈਥਡ ਸਹੀ ਨਹੀਂ ਹੈ ਤਾਂ ਜਿਹੜਾ ਬੱਚਾ ਹੈ ਉਹ ਸਾਡੀ ਬੋਲੇ ਨੂੰ ਸਹੀ ਢੰਗ ਨਾਲ ਸਮਝ ਨਹੀਂ ਸਕੇਗਾ। ਦੂਜਾ, ਜੇ ਅਸੀਂ ਵਿਸ਼ਰਾਮ ਚਿੰਨ੍ਹ ਸਹੀ ਨਹੀਂ ਲਗਾ ਰਹੇ ਉਹਦੇ ਨਾਲ ਵੀ ਬੱਚੇ ਨੂੰ ਜਿਹੜਾ ਸਮਝਣ 'ਚ ਹੈ ਉਹ ਪ੍ਰੋਬਲਮ ਹੋ ਸਕਦੀ ਹੈ। ਵਿਸ਼ਰਾਮ ਚਿੰਨ੍ਹ ਆਪਾਂ ਸਮਝਦੇ ਹਾਂ ਕੌਮਾ, ਫੁੱਲ ਸਟਾਪ ਕਦੋਂ ਆਪਾਂ ਲਗਾਉਣਾ ਹੈ। ਜਿਵੇਂ ਫੋਰ ਐਗਜ਼ਾਮਪਲ ਸਾਡੇ ਉਹਦੇ ਵਿੱਚ ਇੱਕ ਐਗਜ਼ਾਮਪਲ ਆਉਂਦੀ ਹੁੰਦੀ ਹੈ ਕਿ ਇੱਕ ਬੰਦਾ ਬੋਲ ਰਿਹਾ ਹੈ ਕਿ ਰੁਕੋ ਨਾ ਜਾਣ ਦਿਓ, ਰੋਕੋ ਨਾ ਜਾਣ ਦਿਓ। ਜੇ ਆਪਾਂ ਰੋਕੋ ਤੇ ਲਾਇਆ ਕੌਮਾ ਤਾਂ ਭਾਵ ਰੋਕਣ ਲਈ ਕਿਹਾ ਹੈ, ਨਾ ਜਾਣ ਦਿਓ ਭਾਵ ਨਾ ਜਾਣ ਨਾ ਦਿਓ ਉਹਨੂੰ। ਦੂਜੇ ਪਾਸੇ ਅਸੀਂ ਨਾ ਤੇ ਲਾ ਦਿੰਦੇ ਆ ਕੌਮਾ, ਰੋਕੋ ਨਾ ਜਾਣ ਦਿਓ। ਕੀ ਬਣ ਗਿਆ? ਉਹਦਾ ਜਿਹੜਾ ਅਰਥ ਹੈ ਉਹ ਬਿਲਕੁਲ ਉਲਟ ਹੋ ਗਿਆ। ਇੱਕ ਹੋ ਗਿਆ ਕਿ ਰੋਕੋ ਨਾ ਜਾਣ ਦਿਓ, ਦੂਜਾ ਹੋ ਗਿਆ ਰੋਕੋ ਨਾ ਜਾਣ ਦਿਓ। ਤੇ ਇਹਦਾ ਡਿਕਟੇਸ਼ਨ ਤੇ ਕੀ ਅਸਰ ਹੁੰਦਾ ਹੈ ਕਿ ਜੇ ਤੁਸੀਂ ਜਿਹੜਾ ਵਿਸ਼ਰਾਮ ਹੈ ਉਹ ਗਲਤ ਲਗਾ ਦਿੱਤਾ ਤਾਂ ਬੱਚੇ ਨੂੰ ਜਿਹੜੀ ਸਮਝਣ 'ਚ ਆ ਉਹ ਪ੍ਰੋਬਲਮ ਹੋ ਸਕਦੀ ਹੈ। ਇਸ ਕਰਕੇ ਟੀਚਰ ਨੂੰ ਇਹ ਧਿਆਨ ਦੇਣਾ ਚਾਹੀਦਾ ਹੈ ਕਿ ਜਿੱਥੇ ਵਿਸ਼ਰਾਮ ਲੱਗਦਾ ਹੈ ਸਹੀ ਢੰਗ ਨਾਲ ਉਹਨੂੰ ਕੀਤਾ ਜਾਏ। ਉਸ ਤੋਂ ਬਾਅਦ ਹੈ ਕਿ ਆਫਟਰ ਰਾਈਟਿੰਗ ਦਾ ਹੋਲ ਪਹਿਲਾ ਪੈਰਾਗ੍ਰਾਫ ਸ਼ੁੱਡ ਬੀ ਰੀਡ ਵਾਂਸ ਅਗੇਨ। ਕਿ ਜਦੋਂ ਤੁਸੀਂ ਸਾਰਾ ਪੈਰਾ ਲਿਖਾ ਦਿੱਤਾ, ਇੱਕ ਵਾਰ ਬੱਚਿਆਂ ਨੂੰ ਪੁੱਛ ਲਿਆ ਕਿ ਠੀਕ ਹੈ ਹੋ ਗਿਆ ਸਾਰਾ ਪੈਰਾ, ਉਸ ਤੋਂ ਬਾਅਦ ਤੁਸੀਂ ਉਹਨੂੰ ਇੱਕ ਵਾਰੀ ਪੜ੍ਹ ਕੇ ਦੱਸਣਾ ਹੈ। ਉਸ ਤੋਂ ਬਾਅਦ ਆਂਦੇ ਕਿ ਇਹਦੀਆਂ ਐਡਵਾਂਟੇਜ ਕੀ ਹੈ, ਕੀ ਇਹਦੇ ਫਾਇਦੇ ਹੈ। ਇੱਕ ਤਾਂ ਫਾਇਦਾ ਇਹਦਾ ਇਹ ਹੈ ਕਿ ਬੱਚੇ ਨੂੰ ਜਿਹੜੀ ਆ ਉਹ 1 ਸਪੀਡ 'ਚ ਲਿਖਣ ਦੀ ਆਦਤ ਬਣ ਜਾਂਦੀ ਹੈ। ਉਸ ਤੋਂ ਬਾਅਦ ਕੀ ਹੈ ਕਿ ਬੱਚਾ ਜਿਹੜਾ ਉਹ ਗ੍ਰਹਿਣ ਸ਼ਕਤੀ ਇਹਦੀ ਵੱਧਦੀ ਹੈ। ਉਸ ਤੋਂ ਬਾਅਦ ਜਿਹੜਾ ਬੱਚੇ ਦਾ ਸਪੀਕਿੰਗ ਸਟਾਈਲ ਹੈ, ਸ਼ੁੱਧ ਉਚਾਰਨ ਹੈ, ਉਹ ਬੱਚੇ ਦੀ ਜਿਹੜੀ ਬੋਲੀ ਤੇ ਹੈ ਉਹ ਅਸਰ ਹੁੰਦਾ ਹੈ। ਹੋਰ ਇਹਦਾ ਫਾਇਦਾ ਹੁੰਦਾ ਹੈ ਡਿਕਟੇਸ਼ਨ ਦਾ ਕਿ ਕਲੀਅਰ ਰਾਈਟਿੰਗ ਹੁੰਦੀ ਹੈ, ਸਾਡੀ ਰਾਈਟਿੰਗ 'ਚ ਸੁਧਾਰ ਹੁੰਦਾ ਹੈ। ਫਿਰ ਜਿਹੜੇ ਵਰਡ ਪੇਅਰ ਹੈ ਜਿਹਨੂੰ ਅਸੀਂ ਕਹਿੰਦੇ ਆ ਸ਼ਬਦ ਜੋੜ ਹੈ, ਉਹਦੀ ਸਾਨੂੰ ਸਹੀ ਸਿੱਖਿਆ ਮਿਲਦੀ ਹੈ। ਤੇ ਇੱਕ ਇਹਦਾ ਬੈਨੀਫਿਟ ਇਹ ਹੁੰਦਾ ਕਿ ਜਿਹੜਾ ਬੱਚਾ ਹੈ ਉਹ ਇੱਕੋ ਟਾਈਮ ਸਿੱਖਦਾ, ਲਿਖਦਾ ਵੀ ਹੈ, ਦੇਖਦਾ ਵੀ ਹੈ ਤੇ ਸੁਣਦਾ ਵੀ ਹੈ। ਭਾਵ ਅੱਖਾਂ, ਕੰਨ, ਨੱਕ ਅੱਖਾਂ, ਕੰਨ ਤੇ ਹੱਥ ਸਾਡੇ ਜਿਹੜੇ ਆ ਉਹ ਤਿੰਨੋਂ ਇਕੱਠੇ ਕੰਮ ਕਰਦੇ ਆ। ਉਹਦੇ ਨਾਲ ਕੀ ਹੈ ਕਿ ਸਾਡਾ ਜਿਹੜਾ ਧਿਆਨ ਹੈ ਉਹ ਡਾਇਵਰਟ ਨਹੀਂ ਹੁੰਦਾ, ਆਪਾਂ ਉਸ ਧਿਆਨ ਤੇ ਕੇਂਦਰਿਤ ਰਹਿੰਦੇ ਆ ਕਿ ਕੀ ਸਾਨੂੰ ਸਿਖਾਇਆ ਜਾ ਰਿਹਾ ਹੈ। ਇੱਧਰ ਉੱਧਰ ਧਿਆਨ ਹੁੰਦਾ ਹੈ ਤਾਂ ਆਪਾਂ ਉਹਨੂੰ ਸਹੀ ਢੰਗ ਨਾਲ ਲਿਖ ਨਹੀਂ ਸਕਦੇ। ਇਸ ਕਰਕੇ ਜਿਹੜਾ ਸਾਡਾ ਧਿਆਨ ਹੈ ਉਹਦੇ ਵਿੱਚ ਹੁੰਦਾ ਹੈ। ਉਸ ਤੋਂ ਬਾਅਦ ਇਹਦੀਆਂ ਹੈਗੀਆਂ ਡਿਸਐਡਵਾਂਟੇਜ ਕਿ ਇਹਦੇ ਸਾਨੂੰ ਨੁਕਸਾਨ ਕੀ ਹੈ। ਸਭ ਤੋਂ ਪਹਿਲਾ ਨੁਕਸਾਨ ਕੀ ਹੈ ਇਹਦਾ ਕਿ ਥਿੰਕਿੰਗ ਪਾਵਰ ਇਜ਼ ਨਾਟ ਡਿਵੈਲਪਡ। ਭਾਵ ਜਿਹੜੀ ਸਾਡੀ ਸੋਚ ਸ਼ਕਤੀ ਹੈ ਇਹਦੇ ਨਾਲ ਉਹ ਡਿਵੈਲਪ ਨਹੀਂ ਹੁੰਦੀ। ਕਿਉਂ ਨਹੀਂ ਹੁੰਦੀ? ਕਿਉਂਕਿ ਜੋ ਲਿਖਿਆ ਹੈ ਸਾਨੂੰ ਲਿਖਿਆ ਲਿਖਾਇਆ ਮਿਲ ਰਿਹਾ ਹੈ, ਸਾਨੂੰ ਸੋਚ ਵਿਚਾਰ ਦਾ ਮੌਕਾ ਨਹੀਂ ਮਿਲਦਾ। ਜੋ ਸਾਨੂੰ ਲਿਖਾ ਰਹੇ ਆ ਆਪਾਂ ਉਸੇ ਤਰ੍ਹਾਂ ਲਿਖਦੇ ਜਾਂਦੇ ਆ। ਅਗਲਾ ਇਹਦਾ ਨੁਕਸਾਨ ਹੈਗਾ ਲੈਕ ਆਫ ਸੈਲਫ ਰਿਲਾਇੰਸ। ਇਹਦੇ ਨਾਲ ਕੀ ਹੈ ਕਿ ਬੱਚੇ ਦੀ ਜਿਹੜੀ ਸੋਚ ਸ਼ਕਤੀ ਆ ਉਹ ਘੱਟ ਹੁੰਦੀ ਹੈ। ਜਿਵੇਂ ਸਾਨੂੰ ਲਿਖਾਇਆ ਜਾ ਰਿਹਾ ਹੈ ਆਪਾਂ ਕਾਪੀ ਤੇ ਲਿਖੀ ਜਾ ਰਹੇ ਆ, ਆਪਣੇ ਆਪ 'ਚ ਜਿਹੜੀ ਆ ਉਹ ਕਰਨ ਦੀ ਜਾਂ ਪ੍ਰਸ਼ਨ ਪੁੱਛਣ ਦੀ ਆਦਤ ਨਹੀਂ ਰਹਿੰਦੀ। ਆਪਣੇ ਆਪ 'ਚ ਕੁਝ ਕਰਨ ਦਾ ਜਿਹੜਾ ਉਹ ਮੌਕਾ ਨਹੀਂ ਮਿਲਦਾ ਕਿਉਂਕਿ ਆਪਣੀ ਸੋਚ ਨਹੀਂ ਡਿਵੈਲਪ ਹੁੰਦੀ। ਅਸੀਂ ਉਸੇ ਆਧਾਰ ਤੇ ਤੁਰੇ ਰਹਿੰਦੇ ਆ, ਜੋ ਸਾਨੂੰ ਲਿਖਿਆ ਮਿਲਿਆ ਉਹਨੂੰ ਲੈ ਕੇ ਤੁਰੇ ਰਹਿੰਦੇ ਆ। ਉਸ ਤੋਂ ਬਾਅਦ ਆਂਦਾ ਇਹਦਾ ਅਗਲਾ ਸਮਟਾਈਮ ਚਿਲਡਰਨ ਕੈਨ ਨਾਟ ਰੀਡ ਦਾ ਰਿਟਨ ਮਟੀਰੀਅਲ। ਕਈ ਵਾਰੀ ਕੀ ਹੁੰਦਾ ਕਿ ਬੱਚੇ ਨੇ ਆਪ ਹੀ ਲਿਖਿਆ ਹੁੰਦਾ, ਲਿਖਦੇ ਲਿਖਦੇ ਜਦੋਂ ਦੁਬਾਰਾ ਉਹਨੂੰ ਪੜ੍ਹਦਾ ਹੈ ਤਾਂ ਉਹ ਆਪ ਹੀ ਉਹਨੂੰ ਸਹੀ ਢੰਗ ਨਾਲ ਨਹੀਂ ਪੜ੍ਹ ਸਕਦਾ, ਨਹੀਂ ਸਮਝ ਪਾਉਂਦਾ। ਉਸ ਤੋਂ ਬਾਅਦ ਇਹਦੀ ਅਗਲਾ ਜਿਹੜਾ ਡਰਾਬੈਕ ਹੈ ਉਹ ਹੈਗਾ ਗੈਟਿੰਗ ਇਟ ਟੂ ਇਨ ਦਾ ਹੈਬਿਟ ਆਫ ਮੈਮੋਰਾਈਜ਼ਿੰਗ। ਭਾਵ ਇਹਦੇ ਨਾਲ ਕੀ ਹੈ ਬੱਚੇ ਨੂੰ ਰੱਟਾ ਲਾਉਣ ਦੀ ਆਦਤ ਪੈ ਜਾਂਦੀ ਹੈ ਕਿ ਬੱਚਾ ਲਗਾਤਾਰ ਰੱਟਾ ਲਾ ਕੇ ਪੇਪਰ ਦੇਈ ਜਾਂਦਾ, ਜੋ ਉਹਨੇ ਲਿਖਿਆ ਹੈ ਉਹਨੂੰ ਰੱਟਾ ਲਾਉਂਦਾ ਹੈ, ਪੇਪਰ ਦੇਣ ਚੱਲ ਜਾਂਦਾ ਹੈ। ਜਿਹੜਾ ਹੋਰ ਕਿਤਾਬਾਂ ਪੜ੍ਹਨ ਦੀ, ਹੋਰ ਨੌਲੇਜ ਗੇਨ ਕਰਨ ਦੀ ਜਿਹੜੀ ਆਦਤ ਹੈ ਉਹ ਉਹਦੀ ਨਹੀਂ ਰਹਿੰਦੀ। ਤੇ ਇੱਕ ਨੁਕਸਾਨ ਕੀ ਹੁੰਦਾ ਹੈ ਕਿ ਰੱਟਾ ਲਾਉਣ ਨੂੰ ਟਾਈਮ ਜ਼ਿਆਦਾ ਲੱਗਦਾ ਹੈ। ਜਦੋਂ ਅਸੀਂ ਉਸ ਚੀਜ਼ ਨੂੰ ਸਮਝ ਕੇ ਕਰਦੇ ਹਾਂ ਤਾਂ ਆਪਾਂ ਜਲਦੀ ਸਮਝ ਜਾਂਦੇ ਹਾਂ। ਇਹਦੇ ਨਾਲ ਕੀ ਹੁੰਦਾ ਹੈ ਬੱਚੇ ਦਾ ਜਿਹੜਾ ਮਾਨਸਿਕ ਵਿਕਾਸ ਹੈ ਉਹ ਪੂਰੀ ਤਰ੍ਹਾਂ ਨਹੀਂ ਹੁੰਦਾ। ਹੋਰ ਇਹਦਾ ਨੁਕਸਾਨ ਹੁੰਦਾ ਹੈ ਕਿ ਲੈਕ ਆਫ ਟਾਈਮਲੀ ਕੰਪਲੀਸ਼ਨ ਆਫ ਸਿਲੇਬਸ। ਕਿ ਜਿਹੜਾ ਸਿਲੇਬਸ ਹੈ ਉਹ ਕਈ ਵਾਰ ਟਾਈਮ ਸਿਰ ਖਤਮ ਨਹੀਂ ਹੁੰਦਾ ਕਿਉਂਕਿ ਕੋਈ ਚੀਜ਼ ਅਸੀਂ ਸਮਝਾਉਣ ਨੂੰ ਹੋ ਸਕਦਾ ਅਸੀਂ ਉਹਨੂੰ ਅੱਧੇ ਘੰਟੇ 'ਚ ਸਮਝਾ ਦਈਏ ਤੇ ਜਦੋਂ ਆਪਾਂ ਉਹਨੂੰ ਪੂਰਾ ਲਿਖਾਉਣਾ ਹੈ ਤਾਂ ਹੋ ਸਕਦਾ ਉਹਨੂੰ 2 ਘੰਟੇ ਵੀ ਲੱਗਦੇ ਹੋਣ। ਕਿਉਂਕਿ ਇਸ ਤਰ੍ਹਾਂ ਵੀ ਹੋ ਜਾਂਦਾ ਹੈ ਕਿ ਕਈ ਵਾਰ ਲਿਖਾਉਣ 'ਚ ਲੰਬਾ ਹੁੰਦਾ ਹੈ
ਤੇ ਸਮਝਾਉਣ 'ਚ ਈਜ਼ੀਲੀ ਸਮਝਾਇਆ ਜਾ ਸਕਦਾ ਹੈ। ਇਹਦੇ ਨਾਲ ਕੀ ਹੁੰਦਾ ਹੈ ਕਿ ਕਈ ਵਾਰੀ ਜਿਹੜੀ ਹੈ ਉਹ ਸਾਡੀ ਸਿਲੇਬਸ ਹੈ ਉਹ ਸਹੀ ਟਾਈਮ ਤੇ ਖਤਮ ਨਹੀਂ ਹੁੰਦਾ। ਜਦੋਂ ਆਪਾਂ ਲਗਾਤਾਰ ਲਿਖਾਉਣ ਤੇ ਜ਼ੋਰ ਰੱਖਦੇ ਆ, ਕਈ ਵਾਰ ਪੇਪਰ ਆ ਜਾਂਦੇ, ਅਜੇ ਤੱਕ ਲਿਖਾ ਕੇ ਹੀ ਮੁੱਕਿਆ ਹੁੰਦਾ, ਉਹਦੀ ਰਿਵੀਜ਼ਨ ਦਾ ਨਹੀਂ ਮੌਕਾ ਮਿਲਦਾ। ਉਸ ਤੋਂ ਬਾਅਦ ਆ ਜਾਂਦਾ ਹੈ ਡਿਕਰੀਜ਼ ਹੈਬਿਟ ਆਫ ਹਾਰਡ ਵਰਕ। ਕੀ ਹੈ ਕਿ ਇਹਦੇ ਨਾਲ ਕੀ ਹੈ ਕਿ ਸਾਡੀ ਜਿਹੜੀ ਹਾਰਡ ਵਰਕ ਕਰਨ ਦੀ ਆਦਤ ਹੈ, ਸਖਤ ਮਿਹਨਤ ਕਰਨ ਦੀ ਆਦਤ ਹੈ ਕਿ ਮੈਂ ਨਵਾਂ ਸਿੱਖਾਂ, ਕੁਝ ਨਵਾਂ ਕਰਾਂ, ਉਹ ਜਿਹੜੀ ਆਦਤ ਹੈ ਉਹ ਨਹੀਂ ਆਦਤ ਰਹਿੰਦੀ। ਮਿਹਨਤ ਕਰਨ ਦੀ ਆਦਤ ਹਟ ਜਾਂਦੀ ਹੈ ਕਿਉਂਕਿ ਸਾਨੂੰ ਕੀਤਾ ਕਰਾਇਆ ਮਿਲ ਜਾਂਦਾ ਹੈ, ਉਦਾਂ ਹੀ ਨੋਟਸ ਤਿਆਰ ਕੀਤੇ ਮਿਲ ਜਾਂਦੇ ਆ, ਅਸੀਂ ਉਹਨਾਂ ਨੂੰ ਰੱਟਾ ਮਾਰ ਕੇ ਪੇਪਰ ਦੇ ਆਨੇ ਆ, ਪਾਸ ਹੋ ਗਏ, ਪਰ ਜਿਹੜੀ ਨੌਲੇਜ ਹੈ ਉਹ ਨਹੀਂ ਹੁੰਦੀ ਕਿਉਂਕਿ ਅਸੀਂ ਮਿਹਨਤ ਨਹੀਂ ਕੀਤੀ ਹੁੰਦੀ ਉਸ ਕੰਮ ਪਿੱਛੇ। ਇਹ ਸੀ ਸਾਡਾ ਅੱਜ ਦਾ ਟੌਪਿਕ। ਟੀਚਿੰਗ ਸਟੈਪਸ ਕਿਹੜੇ ਕਿਹੜੇ ਆ, ਕਿਵੇਂ ਆਪਾਂ ਕੁਸ਼ਲ ਹੋ ਸਕਦੇ ਆ, ਆਪਣੀ ਇਸ ਫੀਲਡ ਵਿੱਚ ਕਿਵੇਂ ਕੁਸ਼ਲਤਾ ਹਾਸਲ ਕੀਤੀ ਜਾ ਸਕਦੀ ਹੈ, ਤੇ ਕੁਸ਼ਲਤਾ ਹਾਸਲ ਕਰਨ ਲਈ ਜ਼ਰੂਰੀ ਤੱਤ ਕਿਹੜੇ ਕਿਹੜੇ ਹੁੰਦੇ ਆ, ਕਿਵੇਂ ਆਪਾਂ ਪਰਫੈਕਟ ਹੋ ਸਕਦੇ ਹਾਂ ਕਿਸੇ ਵੀ ਫੀਲਡ ਵਿੱਚ, ਉਹਦੇ ਅਕੋਰਡਿੰਗ ਅਲੱਗ-ਅਲੱਗ ਪਹਿਲੂਆਂ ਤੋਂ ਆਪਾਂ ਵਿਚਾਰ ਕੀਤਾ। ਆਸ ਹੈ ਕਿ ਤੁਸੀਂ ਇਸ ਲੈਕਚਰ ਤੋਂ ਜ਼ਰੂਰ ਫਾਇਦਾ ਲਓਗੇ। ਲਾਸਟ ਵਿੱਚ ਆਪਾਂ ਪੰਜਾਬ ਸਰਕਾਰ ਦੀ ਜੋ ਮਿਸ਼ਨ ਫਤਿਹ ਦੀ ਅੱਜ ਕੱਲ੍ਹ ਕਰੋਨਾ ਬਿਮਾਰੀ ਚੱਲ ਰਹੀ ਹੈ, ਉਹਨੂੰ ਦੂਰ ਕਰਨ ਲਈ ਜੋ ਸਰਕਾਰ ਨੇ ਮਿਸ਼ਨ ਫਤਿਹ ਦਾ ਬੀੜਾ ਚੁੱਕਿਆ ਹੋਇਆ ਹੈ, ਉਹਦੇ ਅਕੋਰਡਿੰਗ ਸਾਨੂੰ ਜੋ ਜੋ ਪ੍ਰੀਕਾਸ਼ਨਸ ਦੱਸੀਆਂ ਜਾਂਦੀਆਂ ਨੇ ਕਿ ਆਪਾਂ ਹੈਂਡ ਵਾਸ਼ ਕਰੀਏ, ਬਾਰ-ਬਾਰ ਆਪਣੇ ਮੂੰਹ ਤੇ ਨੱਕ ਤੇ ਮਾਸਕ ਪਾ ਕੇ ਰੱਖੀਏ, ਜੇ ਕਿਸੇ ਵਿੱਚ ਕੋਈ ਇਦਾਂ ਦੇ ਸਿੰਪਟਮ ਨਜ਼ਰ ਆਉਂਦੇ ਨੇ ਤਾਂ ਆਪਾਂ ਦੂਰੀ ਰੱਖੀਏ, ਹੋਰ ਜਿੱਥੋਂ ਤੱਕ ਸੰਭਵ ਹੋਵੇ ਆਪਾਂ ਜਨਤਕ ਥਾਵਾਂ ਤੇ ਨਾ ਜਾਈਏ, ਭੀੜ ਭਾੜ ਤੋਂ ਦੂਰ ਰਹੀਏ। ਜੇ ਕੁਛ ਇਹੋ ਜਿਹੇ ਲੱਛਣ ਨਜ਼ਰ ਆਉਂਦੇ ਨੇ ਤਾਂ ਆਪਾਂ 104 ਨੰਬਰ ਹੈਲਪਲਾਈਨ ਤੇ ਫੋਨ ਕਰਕੇ ਉਹਨਾਂ ਤੋਂ ਹੈਲਪ ਲਈਏ ਤੇ ਆਪਣੀ ਜ਼ਿੰਦਗੀ ਨੂੰ ਸੇਫ ਕਰੀਏ। ਇਸ ਦੇ ਨਾਲ ਹੀ ਮੇਰਾ ਅੱਜ ਦਾ ਇਹ ਲੈਕਚਰ ਕੰਪਲੀਟ ਹੁੰਦਾ ਹੈ। ਹੁਣ ਕਿਸੇ ਦੀ ਕੋਈ ਇਨਕੁਆਇਰੀ, ਕੋਈ ਕੁਐਸਚਨ ਇਸ ਲੈਕਚਰ ਨਾਲ ਰਿਲੇਟਡ ਹੋਵੇ ਤਾਂ ਪੁੱਛਿਆ ਜਾ ਸਕਦਾ ਹੈ ਜੀ। ਹਾਂਜੀ ਮੈਡਮ, ਟਾਈਮ ਵੀ ਖਤਮ ਹੋ ਗਿਆ। ਹਾਂਜੀ ਹਾਂਜੀ ਸਰ, ਕੰਪਲੀਟ ਕਰੀਏ ਜੀ। ਮੈਡਮ ਟਾਈਮ ਇਜ਼ ਆਲਰੇਡੀ ਓਵਰ, ਆਪਾਂ ਨੂੰ ਮੀਟਿੰਗ ਐਂਡ ਕਰਨੀ ਪੈਣੀ। ਓਕੇ ਸਰ, ਥੈਂਕ ਯੂ ਵੈਰੀ ਮਚ ਐਵਰੀਬਾਡੀ। Students can contact you on your number or by email, है ना? Okay sir, okay.